ਲੈ ਵੀ ਰਿਤੂ ਤੈਨੂੰ ਹੈਰੀ ਨੂੰ ਤੇਰੇ ਤੇ ਮਾਣ ਹੋਵੇ ਹੈ। ਬਹੁਤ ਅੱਛੇ, ਗॉड ਬlesਸ ਯੂ, ਵੈਰੀ ਗੁੱਡ। मैं किसी ਨੂੰ ਇਹ ਸਲਾਹ ਨਹੀਂ ਦਿੰਦਾ ਪਹਿਲੇ ਕੁਐਸਚਨ ਤੋਂ ਸ਼ੁਰੂ ਹੋ ਜਾਓ, ਦੂਜਾ ਤੀਜਾ ਚੌਥਾ 40 ਤੱਕ ਐਵੇਂ ਕਰੋ, ਕਦੇ ਵੀ ਨਾ ਕਰੋ। ਤੁਸੀਂ ਕਹੋਗੇ ਵੀ ਰਮਨ ਐਵੇਂ ਕਿਉਂ ਨਾ ਕਰੋ। ਜਦੋਂ ਮੈਨੇ B ਤੋਂ ਲੈ ਕੇ G ਤੱਕ ਪੜ੍ਹ ਕੇ ਮੈਨੇ 6 ਨੰਬਰ ਲੈ ਲਏ ਤਾਂ ਮੈਂ ਸਾਰੀ ਕਲਾਸ ਨੂੰ ਇੱਕ ਵਧਾਈਆਂ ਦੇਣਾ ਚਾਹੁੰਦਾ ਕਿ ਤੁਹਾਡੇ ਲਈ ਇੱਕ ਬੜੀਆ ਆਪਸ਼ਨ ਕੀ ਹੈ। 7 ਤੋਂ ਲੈ ਕੇ 9 ਤੱਕ 3 ਫਿਲ ਇਨ ਦਾ ਬਲੈਂਕ ਨੇ। 7 8 9 ਆਲੀਆਂ ਫਿਲ ਇਨ ਦਾ ਬਲੈਂਕ ਤੁਹਾਨੂੰ ਦਿਖ ਰਹੀਆਂ ਹੋਣਗੀਆਂ। ਉਸ ਤੋਂ ਬਾਅਦ 10 ਤੋਂ ਲੈ ਕੇ 13 ਤੱਕ 4 ਕੁਐਸਚਨ ਨੇ, ਉਹ ਵੀ ਤੁਹਾਡੀਆਂ ਫਿਲ ਇਨ ਦਾ ਬਲੈਂਕ ਨੇ। ਮੈਂ ਸਾਰੀ ਅਕੈਡਮੀ ਨੂੰ ਪੂਰਾ ਹਿੱਕ ਠੋਕ ਕੇ ਇਹ ਗੱਲ ਸਮਝਾ ਰਿਹਾਗਾ ਕਿ ਜੇ 6 ਲਿਸਟ ਆਫ ਹੈਡਿੰਗ ਪੜ੍ਹ ਲੇ, ਉੱਪਰਲੇ 7 ਕੁਐਸਚਨ ਸਾਰੀ ਅਕੈਡਮੀ ਕਰੂਗੀ ਤੇ ਮੇਰੀ ਜਿੰਨੀ ਆਨਲਾਈਨ ਕਲਾਸ ਹੈ ਸਾਰੇ ਕਰਨਗੇ। I would like to pay a rich tribute to one of my friends in Indian Punjab, Raman Sharma. Well, actually, I came across Raman's video on YouTube, and what I like about him is his energy level. Whenever you watch his video, he's a wonderful IELTS trainer in Indian Punjab. So his energy level is very high and he energizes his students in a great way. That is what I love about him. On the other hand, his channel is in Punjabi. And for Punjabi people, it becomes sometimes confusing to understand IELTS in English, because at times Punjabi people, like I'm Punjabi as well, we do have a very basic level of English, that's why. So Raman teaches in Punjabi, and I would rather say his way of teaching is quite magical. He simplifies all these things, and it's a good luck for me that he is now one of my friends. We are in touch with the help of WhatsApp. We often talk to each other, we send messages to each other. So I would say Raman is a wonderful teacher, and a great hello to you, Raman Sharma. Keep it up like this, and may you get more progress. And I am planning to visit India. Let's see. Whenever I visit India, I'm going to visit him as well. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਮਨ ਸ਼ਰਮਾ IELTS ਦੀ ਕਲਾਸ ਤੇ IELTS ਚ ਪੜਾਉਣ ਲੱਗੇ ਆ ਲਿਸਟ ਆਫ ਹੈਡਿੰਗ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਅੱਜ ਤੱਕ ਭਾਵੇਂ ਮੇਰੇ ਆਫਲਾਈਨ ਬੱਚੇ ਆ ਭਾਵੇਂ ਮੇਰੇ ਆਨਲਾਈਨ ਨੇ, ਤੁਸੀਂ ਯੂਜ਼ਲੀ ਮੇਰੀਆਂ ਕਲਾਸਿਸ ਨੂੰ ਨਾ ਬੜੇ ਤਰੀਕੇ ਨਾਲ ਅਟੈਂਡ ਕੀਤਾ। ਮੈਂ ਇਹ ਚਾਹੁੰਦਾ ਕਿ ਅੱਜ ਦੀ ਕਲਾਸ ਹਰ ਕਲਾਸ ਤੋਂ ਵੱਖਰੀ ਹੋਵੇ, ਕਿਉਂਕਿ ਇੰਟਰਸਟ ਬਣਿਆ ਰੱਖਣ ਦੇ ਲਈ ਨਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਮੈਂ ਕਿਸੇ ਨੂੰ ਇੱਕੋ ਚੀਜ਼ ਪ੍ਰੋਵਾਈਡ ਕਰੀ ਜਾਊਂਗਾ ਨਾ, ਮੰਨ ਕੇ ਚੱਲੋ ਇੱਕੋ ਚੁਟਕਲੇ ਨੂੰ ਤੁਸੀਂ ਕਿੰਨੇ ਕੁ ਵਾਰ ਸੁਣ ਕੇ ਹੱਸ ਲਓਗੇ। ਮੈਂ ਉਹੀ ਕਰ ਚਲਾ ਵੀ ਇੱਕ ਵਾਰ ਇੱਕ ਕੀਰੀ ਸੀ, ਇੱਕ ਹਾਥੀ ਸੀਗਾ, ਕੀਰੀ ਖੁਦ ਚ ਲੱਤ ਬਾਹਰ ਕਰਕੇ ਬੈਠੀ, ਦੂਜੀ ਕੀਰੀ ਪੁੱਛਦੇ ਵੀ ਕਿਉਂ ਬੈਠੀ, ਕਰੀ ਹਾਥੀ ਹੋਊਗਾ ਲੱਤ ਡਾਕ ਰਹੇ ਨੂੰ ਵੀ ਹਾ ਹਾ ਹਾ। ਛੋਟੇ ਹੁੰਦੇ ਆਹੀ ਚੁਟਕਲੇ ਸਾਡੇ ਕੀੜੀਆਂ ਹਾਥੀਆਂ ਵਾਲੇ, ਪਰ ਬਾਰ-ਬਾਰ ਇੱਕੋ ਚੀਜ਼ ਤੇ ਕਿੰਨਾ ਕੁ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਦੀ ਮੇਰੀ ਕਲਾਸ ਕੀ ਹੋਊਗੀ। ਤੁਹਾਨੂੰ ਮੈਂ ਸ਼ੋਅ ਕਰਦਾ ਇੱਥੇ ਸਕਰੀਨ ਤੇ, ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਇੱਕ ਟੌਪਿਕ ਹੈ, ਟੌਪਿਕ ਦਾ ਨਾਮ ਤੁਹਾਨੂੰ ਦਿੱਤਾ ਹੋਇਆ ਹੈ ਹੇਅਰ ਵੀ ਗੋ, ਦੈਟਸ ਕਾਲਡ ਅ ਹੋਮੋਪੈਥੀ। ਪਲੀਜ਼ ਸੋਨੀ ਸਰ ਇਧਰ ਆ ਕੇ ਬੜੇ ਵਧੀਆ ਢੰਗ ਨਾਲ ਆਪਣੇ ਸਟੂਡੈਂਟ ਨੂੰ ਸ਼ੋਅ ਕਰੋ। ਦੇਖੋ ਬੱਚੇ, ਇਹ ਲਿਖਿਆ ਹੋਇਆ ਕੀ ਹੈ, ਹੋਮੋਪੈਥੀ, ਠੀਕ ਆ। ਪੈਰਾਗ੍ਰਾਫ ਦਿਖ ਰਿਹਾ ਹੋਊਗਾ ਤੁਹਾਨੂੰ, ਦੈਟ ਇਜ਼ ਕਾਲਡ ਅ ਪੈਰਾਗ੍ਰਾਫ A। ਨਾਲ ਦੀ ਨਾਲ ਤੁਹਾਨੂੰ ਦਿਖ ਰਿਹਾ ਹੋਊਗਾ ਪੁੱਤ ਪੈਰਾਗ੍ਰਾਫ B। ਤੇ ਤੁਸੀਂ ਇਹ ਵੀ ਨੋਟ ਕਰੋ ਕਿ ਪੈਰਾਗ੍ਰਾਫ B ਜਿਹੜਾ ਬਹੁਤ ਵੱਡਾ ਲੱਗ ਰਿਹਾ ਹੈ, ਟੈਨਸ਼ਨ ਨਾ ਲਓ। ਉਸ ਤੋਂ ਬਾਅਦ ਪੈਰਾਗ੍ਰਾਫ C, A B C D E F ਤੇ G। ਮਤਲਬ ਮੇਰੇ ਸਾਰੇ ਸਟੂਡੈਂਟਸ ਜਿੰਨੇ ਬੈਠੇ ਆ ਮੇਰੀ ਕਲਾਸ ਨੂੰ ਚੰਗੇ ਤਰੀਕੇ ਨਾਲ ਸਮਝਣ ਲਈ ਬੈਠੇ ਆ, ਜਿਨ੍ਹਾਂ ਨੇ ਆਪਣਾ ਇੱਕ ਦਿਮਾਗ ਲਾ ਲਿਆ ਕਿ ਰਮਨ ਸਰ ਅਸੀਂ ਪੜਾਂਗੇ, ਤਾਂ A ਤੋਂ ਲੈ ਕੇ G ਤੱਕ ਪੈਰਾਗ੍ਰਾਫ ਦੇਖ ਲਏ। ਪਿੱਛੇ ਵਾਲੀਆਂ ਲਾਈਟਸ ਔਨ ਕਰ ਦਿਓ ਕਿਉਂਕਿ ਬਹੁਤ ਹਨੇਰਾ ਹੋ ਰਿਹਾ, ਪਰ ਥੀਏਟਰ 'ਚ ਬੈਠੇ ਲੱਗ ਰਹੇ ਨੇ। ਪਿੱਛੇ ਵਾਲੀ ਲਾਈਟਸ ਔਨ ਕਰ ਲਓ ਤਾਂ ਕਿ ਥੋੜਾ ਬੱਚਿਆਂ ਦੇ ਮੂੰਹ ਤਾਂ ਦੇਖਣ। ਹਾਂ, ਇਹ ਬਸ ਬੈਕ ਸੇ, ਹਾਂ ਇੱਕ ਇਹ ਵੀ ਕਰ ਲਓ, ਇਹ ਵੀ ਕਰ ਲਓ। ਹਾਂ ਬਿਲਕੁਲ ਕਰ ਲਓ, ਇਹਨਾਂ ਨੂੰ ਔਨ ਕਰ ਲਓ।
या दैट्स ओके, ठीक है। ए तो लेके जी तक सारे ਨੂੰ ਪੈਰਾਗ੍ਰਾਫ ਪਤਾ ਲੱਗੇ। ਮੈਂ ਸਾਰੀ ਕਲਾਸ ਨੂੰ ਤੇ ਮੇਰੀ ਜਿੰਨੀ ਆਨਲਾਈਨ ਕਲਾਸ ਬੈਠੀ, ਜਿਹੜੀ ਮੇਰੀ ਸਟੂਡੈਂਟ ਦੀ ਇੱਕ ਦਿਮਾਗ ਵਾਲੀ ਮੇਰੀ ਆਡੀਅנס ਬੈਠੀ ਆ, ਮੈਂ ਉਹਨਾਂ ਨੂੰ ਸਮਝਾਉਣਾ ਚਾਹੁੰਦਾ ਪੇਪਰ ਦੇ ਵਿੱਚ ਰੀਡਿੰਗ ਦੇ ਵਿੱਚ, ਭਾਵੇਂ ਜਰਨਲ ਦਾ ਸਟੂਡੈਂਟ ਹੈ ਭਾਵੇਂ ਐਕੈਡੈਮਿਕ ਦਾ, 40 ਕੁਐਸਚਨ ਆਣਗੇ। 40 ਕੁਐਸਚਨ 3 ਪੈਸੇਜ ਚ ਵੰਡੇ ਹੋਣਗੇ, ਪੈਸੇਜ 1, ਪੈਸੇਜ 2, ਪੈਸੇਜ 3, 3 ਪੈਸੇਜ ਚ ਆਉਣਗੇ। ਤੁਸੀਂ ਸਾਰਿਆਂ ਨੇ ਕੀ ਕਰਨਾ ਹੈ, ਮੈਂ ਕਿਸੇ ਨੂੰ ਇਹ ਸਲਾਹ ਨਹੀਂ ਦਿੰਦਾ ਪਹਿਲੇ ਕੁਐਸਚਨ ਤੋਂ ਸ਼ੁਰੂ ਹੋ ਜਾਓ, ਦੂਜਾ ਤੀਜਾ ਚੌਥਾ 40 ਤੱਕ ਐਵੇਂ ਕਰੋ, ਕਦੇ ਵੀ ਨਾ ਕਰੋ। ਤੁਸੀਂ ਕਹੋਗੇ ਵੀ ਰਮਨ ਐਵੇਂ ਕਿਉਂ ਨਾ ਕਰੋ। ਮੈਂ ਸਾਰੀ ਕਲਾਸ ਨੂੰ, ਭਾਵੇਂ ਮੇਰੇ ਕੋਲ ਕੋਈ ਪੇਡ ਕਲਾਸ ਨਹੀਂ ਵੀ ਲੈਂਦਾ, ਉਸ ਬੱਚੇ ਨੂੰ ਵੀ ਜਿਹੜਾ ਮੇਰੀ ਇਕੱਲੀ ਵੀਡੀਓ ਦੇਖ ਕੇ ਪੜ੍ਹਦਾ ਹੈਗਾ, ਮੇਰੀ ਇਹ ਸਲਾਹ ਹੈ, ਜੇ ਆਇਲਸ ਤੋਂ ਬੈਂਡ ਲੈ ਕੇ ਆਉਣੇ ਆ, ਸਭ ਤੋਂ ਪਹਿਲਾਂ ਤਿੰਨੇ ਪੈਸੇਜ ਨੂੰ ਖੋਲ ਕੇ ਦੇਖੋ ਕਿ ਕਿਹੜੀ ਕਿਹੜੀ ਕੁਐਸਚਨ ਟਾਈਪ ਹੈ। ਮੰਨ ਲਓ ਪਹਿਲਾ ਕੁਐਸਚਨ ਖੋਲਿਆ, ਪਹਿਲਾ ਪੈਸੇਜ ਖੋਲਿਆ, ਟਰੂ ਫਾਲਸ ਤੇ ਫਿਲ ਇਨ ਦਾ ਬਲੈਂਕ ਸੀ, ਛੱਡ ਦੋ। ਦੂਜਾ ਖੋਲਿਆ, MCQ ਤੇ ਮੈਚਿੰਗ ਸੀ, ਛੱਡ ਦੋ। ਤੀਜਾ ਖੋਲਿਆ, ਲਿਸਟ ਆਫ ਹੈਡਿੰਗ ਸੀ, ਫੜ ਲਓ। ਮਤਲਬ ਸਾਰਿਆਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਜਿਹੜੇ ਪੈਰਾਗ੍ਰਾਫ ਦੇ ਵਿੱਚ ਲਿਸਟ ਆਫ ਹੈਡਿੰਗ ਹੋਊਗਾ, ਸਭ ਤੋਂ ਪਹਿਲਾਂ ਆਪਾਂ ਉਹ ਪੈਰਾਗ੍ਰਾਫ ਸ਼ੁਰੂ ਕਰਾਂਗੇ। ਇਹਦਾ ਸਭ ਤੋਂ ਵੱਡਾ ਫਾਇਦਾ ਵੀ ਸੁਣ ਲਓ ਕੀ ਹੈ। ਫਾਇਦਾ ਇਹ ਹੈ ਕਿ ਜੇ ਲਾਸਟ ਤੇ ਕਿਤੇ ਟਾਈਮ ਘਟ ਗਿਆ, ਆਪਣੇ ਕੋਲੇ ਟਾਈਮ ਨਾ ਰਿਹਾ, ਨਾ ਤਾਂ ਲਿਸਟ ਆਫ ਹੈਡਿੰਗ ਆਪਾਂ ਕਰ ਸਕਦੇ ਆ, ਨਾ ਫਿਲ ਇਨ ਦਾ ਬਲੈਂਕ ਆਪਾਂ ਕਰ ਸਕਦੇ ਆ, ਕਿਉਂਕਿ ਉਹ ਚ ਤੁੱਕਾ ਵੀ ਨਹੀਂ ਵੱਜਦਾ। ਮੈਂ ਪਹਿਲੀ ਗੱਲ ਕਿਸੇ ਬੱਚੇ ਨੂੰ ਇਹ ਨਹੀਂ ਸਿਖਾ ਰਿਹਾ ਵੀ ਤੁੱਕਾ ਮਾਰੋ, ਪਰ ਮੈਂ ਤੁਹਾਨੂੰ ਇਹ ਜ਼ਰੂਰ ਸਿਖਾ ਰਿਹਾਗਾ ਵੀ ਆਪਾਂ ਸੋਲਵ ਕਿਵੇਂ ਕਰਨਾ ਹੈ। ਹੁਣ ਤੁਸੀਂ ਦੇਖੋ 1 ਤੋਂ ਲੈ ਕੇ 6 ਕੁਐਸਚਨ ਨੇ, 1 2 6 ਕੁਐਸਚਨ ਦੇ ਵਿੱਚ ਜੇ ਨਿਗਾਹ ਮਾਰ ਕੇ ਦੇਖੋ ਨਾ, ਲਿਸਟ ਆਫ ਹੈਡਿੰਗ ਪਤਾ ਕਿੰਨੇ ਨੇ? 1 2 3 4 5 6 7 8 9 10। ਮਤਲਬ ਕੁਐਸਚਨ 1 ਤੋਂ 6, ਲਿਸਟ ਆਫ ਹੈਡਿੰਗ 10 ਦਿੱਤੇ ਹੋਏ ਨੇ, ਕਨਫਿਊਜ਼ ਕਰਨ ਦੇ ਲਈ ਵੱਧ ਦਿੱਤੇ ਨਾ। ਤੇ ਸਭ ਤੋਂ ਵੱਡੀ ਗੱਲ ਦੇਖੋ, ਸੈਕਸ਼ਨ A ਜਿਹੜਾ ਉਹ ਐਗਜ਼ਾਮਪਲ ਚ ਦਿੱਤਾ ਹੋਇਆ ਹੈ। ਸੈਕਸ਼ਨ A ਦਾ ਜਿਹੜਾ ਆਨਸਰ ਹੈ ਉਹ 6th ਹੈ। ਮਤਲਬ ਸਾਫ਼ ਹੈ ਕਿ ਪੈਰਾਗ੍ਰਾਫ A ਪੜਨ ਦੀ ਜ਼ਰੂਰਤ ਨਹੀਂ, ਉਹ ਤਾਂ ਆਲਰੇਡੀ ਐਗਜ਼ਾਮਪਲ ਚ ਦਿੱਤਾ ਹੋਇਆ ਹੈ। ਉਸ ਤੋਂ ਬਾਅਦ ਜੇ ਮੈਂ ਗੱਲ ਕਰਦਾ ਕੁਐਸਚਨ ਕਿਹੜੇ ਕਿਹੜੇ ਕਰਨੇ ਨੇ, 1 2 3 4 5 6, ਲਿਸਟ ਆਫ ਹੈਡਿੰਗ ਮੈਨੇ 6 ਕਰਨੇ ਨੇ। 6 ਕਰਨੇ ਨੇ ਤਾਂ ਡੈਫੀਨਿਟਲੀ ਸਾਰਾ ਪੈਸੇਜ ਪੜਨਾ ਪਊਗਾ। ਪੈਰਾਗ੍ਰਾਫ B C D E F G, ਜਦੋਂ ਮੈਨੇ B ਤੋਂ ਲੈ ਕੇ G ਤੱਕ ਪੜ੍ਹ ਕੇ ਮੈਨੇ 6 ਨੰਬਰ ਲੈ ਲਏ, ਤਾਂ ਮੈਂ ਸਾਰੀ ਕਲਾਸ ਨੂੰ ਇੱਕ ਵਧਾਈਆਂ ਦੇਣਾ ਚਾਹੁੰਦਾ ਕਿ ਤੁਹਾਡੇ ਲਈ ਇੱਕ ਬੜੀਆ ਆਪਸ਼ਨ ਕੀ ਹੈ, 7 ਤੋਂ ਲੈ ਕੇ 9 ਤੱਕ 3 ਫਿਲ ਇਨ ਦਾ ਬਲੈਂਕ ਨੇ। 7 8 9 ਆਲੀਆਂ ਫਿਲ ਇਨ ਦਾ ਬਲੈਂਕ ਤੁਹਾਨੂੰ ਦਿਖ ਰਹੀਆਂ ਹੋਣਗੀਆਂ। ਉਸ ਤੋਂ ਬਾਅਦ 10 ਤੋਂ ਲੈ ਕੇ 13 ਤੱਕ 4 ਕੁਐਸਚਨ ਨੇ, ਉਹ ਵੀ ਤੁਹਾਡੀਆਂ ਫਿਲ ਇਨ ਦਾ ਬਲੈਂਕ ਨੇ। ਮੈਂ ਸਾਰੀ ਅਕੈਡਮੀ ਨੂੰ ਪੂਰਾ ਹਿੱਕ ਠੋਕ ਕੇ ਇਹ ਗੱਲ ਸਮਝਾ ਰਿਹਾਗਾ ਕਿ ਜੇ 6 ਲਿਸਟ ਆਫ ਹੈਡਿੰਗ ਪੜ੍ਹ ਲਏ, ਉੱਪਰਲੇ 7 ਕੁਐਸਚਨ ਸਾਰੀ ਅਕੈਡਮੀ ਕਰੂਗੀ ਤੇ ਮੇਰੀ ਜਿੰਨੀ ਆਨਲਾਈਨ ਕਲਾਸ ਹੈ ਸਾਰੇ ਕਰਨਗੇ। ਹੁਣ ਆਪਾਂ ਇੱਕ ਕੰਮ ਕਰਦੇ ਆ, ਮੈਂ ਪੜਾਉਂਗਾ 6 ਕੁਐਸਚਨ ਪਹਿਲੇ, ਤੇ ਆਪਾਂ ਚਲਦੀ ਕਲਾਸ ਦੇ ਵਿੱਚ 6 ਕੁਐਸਚਨ ਤੋਂ ਬਾਅਦ 7ਵਾਂ 8ਵਾਂ 9ਵਾਂ 10ਵਾਂ 11ਵਾਂ 12ਵਾਂ 13ਵਾਂ ਉਹ ਸਾਰੀ ਕਲਾਸ ਕਰੂਗੀ। ਤੇ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਲੋਕੇਸ਼ਨ ਤੇ ਦੁਬਾਰੇ ਵਾਪਸ ਨਹੀਂ ਲੈ ਕੇ ਜਾਂਦਾ। ਤੇ ਮੈਂ ਇਹ ਵੀ ਕਹਿਣਾ ਕਿ ਜਿਹੜੇ ਇਹ 7 ਕੁਐਸਚਨ ਕਰਨ ਤੇ ਮੈਂ ਦਾਵਾ ਕਰਦਾ ਮੇਰੀ ਕਲਾਸ ਜ਼ਿਆਦਾ ਤੋਂ ਜ਼ਿਆਦਾ 3 ਮਿੰਟ ਲਾਊਗੀ, ਬਸ 3 ਮਿੰਟ ਚ 7 ਕੁਐਸਚਨ। ਯਕੀਨ ਘੱਟ ਆਉਂਦਾ ਮੈਨੂੰ ਪਤਾ ਹੈ, ਆਪਾਂ ਸੋਲਵ ਕਰਦੇ ਹਾਂ ਫਿਰ ਕਰਦੇ ਹਾਂ ਗੱਲਾਂ। ਪੈਰਾਗ੍ਰਾਫ A ਨਹੀਂ ਪੜਨਾ ਤੇ ਆਲਰੇਡੀ ਪੈਰਾਗ੍ਰਾਫ B ਆਪਾਂ ਸਟਾਰਟ ਕਰਦੇ ਹਾਂ। ਤੁਸੀਂ ਬੜਾ ਇੰਟਰਸਟ ਰੱਖਿਓ ਤੇ ਗੁੱਡ ਸਟੂਡੈਂਟ ਨੂੰ ਐਪਰੀਸ਼ੀਏਟ ਵੀ ਕਰਿਆ ਜਾਊਗਾ, ਤੁਹਾਡੇ ਤੋਂ ਆਨਸਰ ਵੀ ਲਵਾਏ ਜਾਣਗੇ ਤੇ ਕਿਉਂ ਹੈ ਉਹ ਵੀ ਲਵਾਏ ਜਾਣਗੇ। ਸ਼ੁਰੂ ਕਰੀਏ? ਯੈਸ ਸਰ। ਜਾਗਦੇ ਹੋ? ਯੈਸ ਸਰ। ਵਾਹ, ਚਲੋ ਮੇਰੇ ਮਿੱਤਰ ਪਿਆਰਿਓ, ਇਹਨੂੰ ਥੋੜਾ ਜਿਹਾ ਜ਼ੂਮ ਕਰਦਾ ਤਾਂ ਕਿ ਜ਼ੂਮ ਬਰਾਬਰ ਜ਼ੂਮ। ਚਲੋ ਇੰਨਾ ਹੀ ਹੈ ਸੌਖਾ ਨਾਲ ਮਿਲਦਾ। ਸੋਰੀ ਯਾਰ ਇਹ ਹੋਰ ਨਹੀਂ ਹੁੰਦਾ ਜ਼ੂਮ, ਹੋ ਨਹੀਂ ਰਿਹਾ ਉਹ ਤੋਂ। अच्छा माई बैड सर, माई बैड। चलो मित्रों तैयार करते हैं।
ਕੱਲੀ ਕੱਲੀ ਲਾਈਨ ਨੂੰ ਰਮਨ ਸ਼ਰਮਾ ਹੋਵੇ ਜਿਵੇਂ ਪੜਾਉਂਦਾ ਉਵੇਂ ਪੜਾਊਗਾ ਤੇ ਪੜਾਉਂਗਾ ਘੋਟ ਕੇ ਪੰਜਾਬੀ 'ਚ ਤਾਂ ਕਿ ਹਰ ਇੱਕ ਸਟੂਡੈਂਟ ਨੂੰ ਬੜਾ ਵਧੀਆ ਸਮਝ ਆਵੇ। ਗੱਲ ਖਤਮ। ਮੈਨੂੰ ਪੰਜਾਬ 'ਚ ਹਿੱਟ ਕਰ ਦੋ, ਕੋਈ ਗੱਲ ਨਹੀਂ, ਬਾਕੀ ਵਿਚਾਰੇ ਜਿਹੜੇ ਸੱਜਣ ਮਿੱਤਰ ਨੇ ਉਹ ਸਮਝ ਲੈਣਗੇ, ਕਿਉਂਕਿ ਮੇਥੋਂ ਐਕਸੈਂਟ ਬਣਦੇ ਨਹੀਂ ਦੂਜੀ ਭਾਸ਼ਾ ਨਾਲ। ਜੇ ਮੈਂ ਖੁੱਲ ਕੇ ਪੜਾਉਂਗਾ, ਇੰਜੋਏ ਕਰਵਾਉਂਗਾ, ਤੁਹਾਨੂੰ ਫੀਲ ਕਰਾਉਂਗਾ। ਚਲੋ ਜੀ, ਕੁਐਸਚਨ ਸ਼ੁਰੂ ਹੁੰਦਾ ਇੱਥੋਂ। ਕਹਿੰਦਾ ਹੈਨੇਮਨਸ ਡਿਸਕਵਰੀ ਆਫ ਦਾ ਪ੍ਰਿੰਸੀਪਲ ਆਫ ਹੋਮੋਪੈਥੀ ਵਾਸ ਐਕਸੀਡੈਂਟਲ। ਜਿਹੜਾ ਇੱਕ ਹੈਨੇਮਨ ਹੈ ਨਾ, ਜਿਹੜੀ ਉਹਨੇ ਇੱਕ ਹੋਮੋਪੈਥੀ ਤੇ ਇੱਕ ਡਿਸਕਵਰੀ ਕੀਤੀ। ਹੋਮੋਪੈਥੀ ਮੈਂ ਦੱਸਣਾ ਚਾਹੁੰਦਾ ਕਿ ਦਵਾਈਆਂ ਹੁੰਦੀਆਂ ਨੇ ਜਿਹੜੀਆਂ ਹੋਮੋਪੈਥੀ ਤਰੀਕੇ ਨਾਲ, ਮਤਲਬ ਨਾ ਇਹਨਾਂ ਦਾ ਫਾਇਦਾ ਨਾ ਨੁਕਸਾਨ, ਉਹ ਚਿੱਟੀਆਂ ਜਿਹੀਆਂ ਗੋਲੀਆਂ ਨਹੀਂ ਹੁੰਦੀਆਂ, ਅੱਧੀਆਂ ਬੰਦਾ ਢੱਕਣ 'ਚ 3 ਪੜਦਾ, 4 ਕੱਢਦਾ, 2 ਕੱਢਦਾ, ਗਿਣਤੀ ਦੇ ਚੱਕਰ 'ਚ ਬੰਦਾ ਠੀਕ ਹੋ ਜਾਏਗਾ ਹੈ। ਹੋਮੋਪੈਥੀ ਕਿਵੇਂ ਦੀ ਦਵਾਈ ਹੈ? ਕਹਿੰਦਾ ਇਹਦੀ ਜਿਹੜੀ ਡਿਸਕਵਰੀ ਕੀਤੀ ਸੀ ਉਹ ਐਕਸੀਡੈਂਟਲ ਸੀ। ਐਕਸੀਡੈਂਟਲ ਦਾ ਮਤਲਬ ਹੁੰਦਾ ਅਨਪਟਕੇ, ਐਵੇਂ ਹੋ ਗਈ। ਇਹ ਸੋਚ ਕੇ ਨਹੀਂ ਬੈਠੇ ਸੀ ਵੀ ਅੱਜ ਯਾਰ ਅਸੀਂ ਹੋਮੋਪੈਥੀ ਦੀ ਕੋਈ ਦਵਾਈ ਬਣਾਵਾਂਗੇ, ਐਵੇਂ ਬਣ ਗਈ। ਕਹਿੰਦਾ ਆਫਟਰ ਟੇਕਿੰਗ ਸਮ ਕੁਨੀਨ he noticed that he developed malaria like symptom। ਜਿਹੜਾ ਹੈਨੇਮਨ ਸੀ ਨਾ, ਜਦੋਂ ਪੁੱਤ ਉਹਨੇ ਕੀ ਕੀਤਾ, ਇਹ ਦਵਾਈ ਖਾ ਲਈ, ਕੁਨੀਨ ਖਾ ਲਈ, ਉਹਨੂੰ ਲੱਗਿਆ ਵੀ ਮੈਨੂੰ ਤਾਂ ਮਲੇਰੀਆ ਹੋ ਗਿਆ ਭਾਈ। ਕਹਿੰਦਾ ਸਿੰਸ ਮਲੇਰੀਆ ਪੇਸ਼ੈਂਟਸ ਵਰ ਟ੍ਰੀਟਡ ਵਿਦ ਕੁਨੀਨ। ਉਸ ਟਾਈਮ ਨਾ ਜਿਹੜੇ ਮਲੇਰੀਆ ਦੇ ਪੇਸ਼ੈਂਟ ਸੀ ਉਹ ਕੁਨੀਨ ਦੇ ਨਾਲ ਟ੍ਰੀਟ ਕੀਤੇ ਜਾਂਦੇ ਸੀ। ਕਹਿੰਦਾ ਹੀ ਸਪੈਕੂਲੇਟਡ ਦੈਟ ਪੋਸੀਬਲੀ ਮਲੇਰੀਆ ਇਜ਼ ਕਿਉਰਡ ਬਾਈ ਕੁਨੀਨ ਬਿਕਾਜ਼ ਇਟ ਕਾਜ਼ਸ ਮਲੇਰੀਆ ਲਾਈਕ ਸਿੰਪਟਮ ਇਨ ਅ ਹੈਲਦੀ ਪੀਪਲ। ਕਹਿਣਾ ਚਾਹੁੰਦਾ ਹੈਗਾ ਪੁਰਾਣੇ ਟਾਈਮਾਂ ਦੇ ਵਿੱਚ ਮਲੇਰੀਆ ਨੂੰ ਠੀਕ ਕਰਿਆ ਜਾਂਦਾ ਸੀ ਕੁਨੀਨ ਦੇ ਨਾਲ। ਜੇ ਮੰਨ ਲਓ ਕਿਸੇ ਬੱਚੇ ਨੂੰ ਮਲੇਰੀਆ ਹੋ ਗਿਆ, ਉਹਨੂੰ ਕੁਨੀਨ ਦੇ ਦਿੰਦੇ, ਉਹ ਠੀਕ ਹੋ ਜਾਂਦਾ। ਪਰ ਜੇ ਕਿਸੇ ਠੀਕ ਹੋਏ ਬੰਦੇ ਨੂੰ ਕੁਨੀਨ ਦੇ ਦਿੰਦੇ, ਉਹਨੂੰ ਮਲੇਰੀਆ ਹੋ ਜਾਂਦਾ। ਇਹ ਵੀ ਬੜਾ ਵੱਡਾ ਰੌਲਾ ਸੀ। ਕਹਿੰਦਾ he decided to explore his theory by testing other substance used as medicine at that time such as arsenic and belladonna। ਉਹਨੇ ਕੋਈ ਹੋਰ ਤਰੀਕਿਆਂ ਨਾਲ ਵੀ ਇਹਨੂੰ ਵਰਤਿਆ, ਹੋਰ ਸਬਸਟੈਂਸ ਵੀ ਵਰਤੇ। His tests were conducted by either taking the substance internally himself or by administering them to healthy volunteer and then recording all the symptoms the volunteer experienced। ਜਦੋਂ ਉਹਨੂੰ ਲੱਗਿਆ ਵੀ ਯਾਰ ਮੈਨੂੰ ਮਲੇਰੀਆ ਹੋ ਗਿਆ, ਫਿਰ ਉਹਨੇ ਸੋਚਿਆ ਵੀ ਮੈਂ ਬਾਕੀ ਲੋਕਾਂ ਦੇ ਵੀ ਐਕਸਪੈਰੀਮੈਂਟ ਕਰਕੇ ਦੇਖਾਂ। ਉਹਨੇ ਕੀ ਕਰਿਆ, ਆਪ ਵੀ ਦੁਬਾਰੇ ਖਾਧੀ, ਹੈਲਦੀ ਲੋਕਾਂ ਨੂੰ ਵੀ ਖਵਾਈ, ਆਪਦੇ ਨਾਲ ਜਿਹੜੇ ਕੰਮ ਕਰਦੇ ਸੀ ਉਹਨਾਂ ਨੂੰ ਵੀ ਖਵਾਈ ਵੀ ਦੇਖੋ ਤਾਂ ਸਹੀ, ਕੀ ਪਤਾ। ਇਹ ਜਿਹੜਾ ਕੋਈ ਬੰਦਾ ਐਕਸਪੈਰੀਮੈਂਟ ਕਰਦਾ ਉਹ ਇਕੱਲੇ ਤੇ ਨਹੀਂ ਕਰਦਾ ਨਾ, 4-5 ਲੋਕਾਂ 5-10 ਲੋਕਾਂ ਦੇ ਉਹਨੇ ਇਹਨੂੰ ਟਰਾਈ ਕੀਤਾ। ਜਦੋਂ ਉਸ ਤੋਂ ਬਾਅਦ ਕੀ ਹੋਇਆ, ਇਹਨੇ ਟਰਾਈ ਕਰਨ ਤੋਂ ਬਾਅਦ ਪੁੱਤ ਕੀ ਫੀਲ ਕਰਦਾ ਹੈ? ਕਹਿੰਦਾ he continued his experiment on a wide range of natural substance often toxic। These recorded results created a drug picture which formed the basis for the new system of the medicine। ਮਤਲਬ ਉਹਨਾਂ ਨੂੰ ਇੱਕ ਨਵੇਂ ਤਰੀਕੇ ਦੀ ਮੈਡੀਸਨ ਲੱਭਣ ਦੀ ਉਤਸੁਕਤਾ ਹੋ ਰਹੀ ਸੀਗੀ। The next step was to give the tested substance to patient suffering from the same group of symptoms represented by the drug picture recorded। Drug picture ਦਾ ਮਤਲਬ ਹੈ ਕਿ ਉਹਨਾਂ ਨੇ ਨਾ ਇੱਕ ਮਾਡਲ ਤਿਆਰ ਕਰ ਲਿਆ ਸੀ ਵੀ ਜੇ ਕੁਨੀਨ ਖਾਵਾਂਗੇ, ਹੈਲਦੀ ਬੰਦਾ ਖਾਊਗਾ, ਉਹਨੂੰ ਮਲੇਰੀਆ ਹੋ ਜਾਊਗਾ, ਤੇ ਜਿਹਨੂੰ ਆਲਰੇਡੀ ਮਲੇਰੀਆ ਹੈਗਾ ਉਹ ਠੀਕ ਹੋ ਜਾਊਗਾ। ਤੇ ਇਹਨੇ ਬਹੁਤ ਸਾਰੇ ਲੋਕਾਂ ਦੇ ਉੱਤੇ ਇਹਨੂੰ ਟੈਸਟ ਕੀਤਾ। ਜਿਹੜੇ ਰਿਜ਼ਲਟ ਸੀ ਨਾ, ਇਹਦੇ ਰਿਜ਼ਲਟ ਆਏ ਉਹ ਇਨਕ੍ਰੈਡੀਬਲ ਸੀ, ਮਤਲਬ ਵਿਸ਼ਵਾਸ ਹੀ ਨਹੀਂ ਹੁੰਦਾ ਇਹੋ ਜਿਹੇ ਰਿਜ਼ਲਟ ਸੀਗੇ। ਪੀਪਲ ਵਰ ਬੀਇੰਗ ਕਿਉਰਡ ਫਰਮ ਡਿਸੀਜ਼ ਦੈਟ ਹੈਡ ਨੈਵਰ ਬੀਨ ਕਿਉਰਡ ਬਿਫੋਰ। ਲੋਕ ਠੀਕ ਹੋਣੇ ਸ਼ੁਰੂ ਹੋ ਗਏ, ਮਤਲਬ ਪਤਾ ਲੱਗ ਗਿਆ ਵੀ ਜਿਹੜੀ ਕੁਨੀਨ ਹੈ ਇਹਦੇ ਨਾਲ ਮਲੇਰੀਆ ਦਾ ਇਲਾਜ ਹੋਣਾ ਸ਼ੁਰੂ ਹੋ ਗਿਆ ਸੀਗਾ। ਕਹਿੰਦਾ he condensed his theory, ਉਹਨੇ ਆਪਣੀ ਥਿਉਰੀ ਨੂੰ into a single Latin phrase similia similibus ਜੋ ਵੀ ਹੈ let likes the cured by likes। ਮਤਲਬ ਉਹਨੇ ਇੱਕ ਥਿਉਰੀ ਬਣਾਈ, ਰਿਟਨ ਚ ਬਣਾਈ, ਉਹਨੇ ਉਹਦਾ ਲੈਟਿਨ ਫਰੇਜ਼ ਚ ਨਾਮ ਦਿੱਤਾ this means that a disease can be cured by medicine which produced in a healthy person symptoms similar to those experienced by the patient। ਸਾਰੇ ਪੈਰਾਗ੍ਰਾਫ 'ਚ ਇਹ ਪਤਾ ਲੱਗਿਆ ਕਿ ਉਹਨੇ ਐਕਸੀਡੈਂਟਲ ਇਹ ਥਿਉਰੀ ਨੂੰ ਬਣਾਇਆ। ਜਦੋਂ ਉਹਨੇ ਐਕਸਪੈਰੀਮੈਂਟ ਕਰਿਆ ਸਾਰਿਆਂ ਤੇ, ਉਹਨੂੰ ਪਤਾ ਲੱਗਿਆ ਵੀ ਜਿਹੜਾ ਮਲੇਰੀਆ ਉਹ ਕੁਨੀਨ ਦੇ ਨਾਲ ਠੀਕ ਹੋ ਜਾਊਗਾ। ਉਹਨੇ ਕੀ ਕੀਤਾ, ਫਿਰ ਇਹਦੀ ਇੱਕ ਥਿਉਰੀ ਬਣਾਈ, ਉਹਨੂੰ ਰਿਟਨ 'ਚ ਕੀਤਾ। ਅੱਬਲ ਉਹਨੇ ਲੋਕਾਂ ਦੇ ਉੱਤੇ ਇਹਦਾ ਐਕਸਪੈਰੀਮੈਂਟ ਵੀ ਕੀਤਾ। ਠੀਕ ਹੈ, ਮੈਂ ਤੁਹਾਨੂੰ 10 ਆਪਸ਼ਨ ਦਿਖਾਊਂਗਾ ਤੇ 10 ਆਪਸ਼ਨ ਦੇ ਵਿੱਚੋਂ 6ਵਾਂ ਆਪਸ਼ਨ ਨਹੀਂ ਆਊਗਾ ਕਿਉਂਕਿ ਉਹ ਪੈਰਾਗ੍ਰਾਫ A 'ਚ ਆਲਰੇਡੀ ਆ ਚੁੱਕਿਆ ਹੈ। ਮੇਰਾ ਸਟੂਡੈਂਟ ਕਿਵੇਂ ਹੁਸ਼ਿਆਰ ਹੋਊਗਾ ਮੈਂ ਦੱਸਦਾ ਨਾ।
ਮੇਰੇ ਸਟੂਡੈਂਟ ਨੂੰ ਇਹ ਪਤਾ ਹੋਊਗਾ ਪੁੱਤਰ ਜੀ, ਲੈਟ ਮੀ ਸ਼ੋ ਯੂ। ਦੇਖੋ मतलब मेरा स्टूडेंट आराम नाल ते क्लास च अपनी क्लास है। देखो रिवाइवल दा आंसर नहीं हैगा, ठीक है, ऑलरेडी नहीं हैगा। अपन नीचों देखते हैं 10वां, एस्पेक्ट ऑफ ट्रीटमेंट, कोई ट्रीटमेंट नहीं करे रहे। एडवांटेज एंड लिमिटेशन, कोई एडवांटेज ते लिमिटेशन नहीं है। डिबेट ओवर इफेक्टिवनेस, की कोई डिबेट हुई होवे कि इहदी इफेक्टिवनेस, नहीं कोई डिबेट नहीं हुई। प्रेपरेशन ऑफ मेडिसिन की किवें बनदी है, नहीं दस्सिया। फ्यूचर ऑफ होम्योपैथी, नहीं दस्सिया। कंसर्न अबाउट होम्योपैथी, नहीं। कंपैरिजन करया होवे ट्रेडिशनल ते वेस्टर्न दा, नहीं। ते डॉक्टर एस हैनमन बहुत लोकां नूं लग सकदा पर नहीं। देखो एक अखर नाल आंसर नहीं आ सकदा। डॉक्टर एस हैनमन उदों आंदा जे ओदी लाइफ स्टोरी बारे दस्सिया हुंदा, ओदा जन्म इत्थे होया, ओने पढ़ाई, ओदी बायोग्राफी जां ऑटोबायोग्राफी दित्ती हुंदी, ओ नहीं दित्ती। एक्यूरेट आंसर 5th, दैट इज कॉल्ड अ थ्योरेटिकल एंड एक्सपेरिमेंटल बेसिस। हुण मैं तुहानूं दसना चाहुंदा, थ्योरेटिकल च ओने थ्योरी नूं रिटन च कीता, रिकॉर्ड कीता ओने, ओ सिमिली आ सिमिलबस लेट लाइक्स वाला ओह, ते एक्सपेरिमेंट उन्हें आप भी खाता ते दूजियां नूं भी खवाया। मैं श्योर हो गया एक्यूरेट मेरा बी आंसर, बी क्वेश्चन दा आंसर है जेड़ा वो 5th है। ते मेरे बहुत सारे बच्चे सब तो बड़ी मिस्टेक करनगे, कहंदे आ एक्यूरेट आंसर, दिस इज द 5th। इज इट ओके? हुण आपां नूं ये पता लग गया कि मैंने एक क्वेश्चन कर लिया पर यार बहुत पढ़ना पिया। कोई गल नहीं, किसे दे पिछे लग के ये ना कर लियो, तुसी फेल हो जाओगे। भी 2 लाइनां पढ़ दो ऊपरों 2 लाइनां नीचों, क्यों? सारा पढ़ूंगा, ये सारा पढ़ना पऊगा, दैट्स इट। एक क्लास ये रीडिंग इंटरनेशनल लेवल दी है भाई जी, फिर आपां नूं लाइफ नाल कंप्रोमाइज नहीं करना। पैराग्राफ बी, तुहानूं इस तो बाद 2 पैराग्राफ पढ़ाउण तो बाद एक बड़ी इंपॉर्टेंट गल सुणाऊंगा, खुश हो जाओगे तुसी। तुहानूं एक पैराग्राफ सी, आराम नाल बोलियो ना, बस इंटरेस्ट रखो मेरी क्लास च। कहना द प्रोसेस ऑफ मेकिंग रेमेडीज इज वेरी प्रिसाइज। जेड़ा एक प्रोसेस सीगा ना इनू बनाउण दा, वो बड़ा स्पष्ट सी, बड़ा क्लीयर सीगा कि इनू किवें बनाया जांदा हैगा। एक होम्योपैथिक रेमेडीज नॉर्मली अ सिंगल सबस्टेंस, कोई एक सिंगल सबस्टेंस लिया जांदा सी। द सबस्टेंस मे बी मेड फ्रॉम प्लांट्स, मिनरल एंड इवन एनिमल। फॉर एग्जाम्पल स्नेक दे वैनम तो या कटल फिश दे इंक तो। कहते इनू बनाया किवें जांदा सी? जद तक कोई सप ओदे जहर तो, स्नेक दे वैनम नू जहर कहंदे ने, ठीक है, या बनाया जांदा सी कटल फिश दे इंक तो। उस पर कहना टू मेक रेमेडीज द रॉ मटेरियल इज डिसॉल्व्ड इन अ मिक्सचर दैट कंटेन अप्रॉक्सीमेटली 90% एल्कोहल एंड 10% वाटर। ਜਦੋਂ ਇਹਨੂੰ ਬਣਾਇਆ ਜਾਂਦਾ ਸੀਗਾ, ਜਿਹੜਾ ਸਿੰਗਲ ਸਬਸਟੈਂਸ ਹੈ ਨਾ, ਉਹਦੇ ਚ 90% ਤਾਂ ਐਲਕੋਹਲ ਪਾਇਆ ਗਿਆ, 10% ਵਾਟਰ ਪਾਇਆ ਗਿਆ। ਤਾਂ ਹੀ ਕਹਿੰਦੇ ਨਹੀਂ ਦਵਾ ਦਾਰੂ ਲੈ ਲਓ, ਮਤਲਬ ਦਵਾਈਆਂ ਚ ਵੀ ਦਾਰੂ ਪੈਂਦੀ ਹੈ। ਹੁਣ ਇਹ ਨਹੀਂ ਹੈਗਾ ਵੀ 2 ਪੈਗਲਾਂ ਦਾ ਮੋੜੇ ਮੰਮਾ 2 ਡੋਲੋ ਦਿਓ, ਕੁਝ ਤਾਂ ਹੋਊਗਾ ਨਾ, ਕੁਝ ਨਹੀਂ ਹੋਊਗਾ। ਪਰ ਇਹ ਕਹਿੰਦੇ ਇਹ ਚ 10% ਪਾਣੀ ਤੇ 90% दारू पैंदी है। The mixture is left stand for 2 to 4 weeks, मतलब जेड़ा mixture है इनू 2 ਤੋਂ 4 हफ्ते तक छड्डिया जांदा है। shaken occasionally then strained, shaker कीता जांदा है, हिलाया जांदा है, 2 ਤੋਂ 4 हफ्ते छड्ड के इनू हिलाउंदे ने। The resulting liquid of tincture is then diluted according to very specific measure to factor 100, मतलब 1 ਦੀ ਰੇਸ਼ੋ 100 ਹੈ। मतलब ਜਦੋਂ ਇਹਨੂੰ ਬਣਾਇਆ ਜਾਂਦਾ ਹੈ ਤਾਂ ਇਹਦੀ ਰੇਸ਼ੋ ਛੱਡਦੀ ਉਹਨਾਂ ਨੇ ਵੀ ਆਹ ਰੇਸ਼ੋ ਤੇ ਬਣਾਇਆ ਜਾਂਦਾ ਹੈ। ਕਹਿੰਦਾ for example to produce a remedy called 1C potential or strength, 1 drop of the tincture is added to 99 drop of alcohol ਤੇ water mixture। ਤਾਂ ਮਤਲਬ ਕੀ ਹੈ, ਐਲਕੋਹਲ ਤੇ ਵਾਟਰ ਜਿਹੜਾ ਮਿਕਸਚਰ ਕੀਤਾ ਜਾਂਦਾ ਹੈਗਾ ਇਹਨੂੰ ਬਣਾਉਣ ਦੇ ਲਈ। To produce 2C potential, 1 drop of 1C mixture is added, 99 drop of alcohol the water mixture. Between each mixture the remedy is shaken vigorously। ਇਹਨੂੰ ਜਿਹੜਾ ਮਿਕਸਚਰ ਦੀ vigorously ਹੁੰਦਾ ਜ਼ੋਰ ਦੀ ਇਹਨੂੰ ਕੀ ਕੀਤਾ ਜਾਂਦਾ, ਸ਼ੇਕਨ ਕੀਤਾ ਜਾਂਦਾ ਸੀਗਾ।
ਕਹਿੰਦਾ ਹੈਨੀਮਨ ਬਿਲੀਵ ਕਰਦਾ ਹੈ ਥਰੂ ਦਿਸ ਪ੍ਰੋਸੈਸ the energy of the substance was released once the remedy has been diluted beyond 12 potentially it is unlikely that even a molecule of the original substance remains ਮਤਲਬ ਇਹ ਕਹਿਣਾ ਚਾਹੁੰਦੇ ਕਦੇ ਉਹਨੇ 1C ਨੂੰ ਦਿਖਾਇਆ ਫਿਰ 2C ਨੂੰ ਦਿਖਾਇਆ ਵੀ ਦਵਾਈਆਂ ਕਿੰਨੀਆਂ ਕਿੰਨੀਆਂ ਸਟਰੋਂਗ ਹੁੰਦੀਆਂ ਨੇਗੀਆਂ ਤੇ ਲਾਸਟ ਤੇ ਉਹਨੇ ਕਿਹਾ ਪੁੱਤ this makes no sense in light and the present day science but regardless of what science tells us is impossible in practice the higher the dilution the stronger and more lasting the effect ਜਿੰਨਾ ਇਹਦਾ dilution higher ਹੋਊਗਾ ਇਹ ਉਨਾ ਜ਼ਿਆਦਾ stronger ਹੋਊਗਾ that's it ਹੁਣ ਸਾਰਿਆਂ ਨੂੰ ਬੜੇ ਦਿਮਾਗ ਨਾਲ ਇੱਕ ਗੱਲ ਮੈਂ ਸਮਝਾਉਣਾ ਆਪਾਂ ਲੋਕੇਸ਼ਨ ਤੇ ਆ ਗਏ ਆਪਣੇ ਆ ਗਏ ਬੋਲਣਾ ਨਹੀਂ ਪਹਿਲਾਂ ਤਾਂ ਇੱਕ ਦਿਮਾਗ ਰੱਖੋ ਆਲਰੇਡੀ ਤੁਸੀਂ ਆਪਣਾ 5th ਕੱਟਦਾ 6 ਕੱਟਦਾ 30 ਸੈਕਿੰਡ ਦੇ ਰਹੇਗਾ ਦੇਖਿਓ ਤੁਹਾਨੂੰ ਕੀ ਲੱਗਦਾ ਹੈ ਸੋਨੀ ਸਰ ਥੋੜਾ ਸਾਈਡ ਦੇ ਲਓ ਪਿੱਛੇ ਬੱਚਿਆਂ ਨੂੰ future of homeopathy no sir concern about homeopathy comparison traditional ਤੇ western ਦਾ ਡਾਕਟਰ ਐਸ ਹੈਨੇਮਨ aspect treatment ਦਾ advantage ਤੇ limitation debate ਇੱਕ ਬਚ ਗਿਆ that is called ਪ੍ਰੈਪਰੇਸ਼ਨ ਆਫ ਮੈਡੀਸਨ ਸਮਝ ਗਏ ਸੀ ਨਾ ਵੀ ਦਵਾਈ ਕਿਵੇਂ ਪ੍ਰੀਪੇਅਰ ਹੁੰਦੀ ਹੈ ਉਹਨੇ ਦੱਸਿਆ ਸੀ ਵੀ 2 ਤੋਂ 4 ਹਫ਼ਤੇ ਆਹ ਕਰ ਦੋ ਬਾਹ ਕਰ ਦੋ 99 ਬੂੰਦਾਂ ਇਹਦੀਆਂ ਪਾ ਦੋ ਤੇ ਕਿੰਨੇ ਲੋਕਾਂ ਨੂੰ ਅੱਧਾ ਪੜਦੇ ਸਾਰ ਪਤਾ ਲੱਗਿਆ ਸੀ ਵੀ ਆਨਸਰ ਆਇਆ ਤੁਸੀਂ ਇਹ ਗੱਲ ਮੰਨੋ ਛੱਡ ਤਾਂ ਮੈਂ ਵੀ ਸਕਦਾ ਸੀ ਨਾ ਮੈਂ ਵੀ ਇਹ ਕਹਿ ਕੇ ਛੱਡ ਸਕਦਾ ਵੀ ਲੱਗ ਗਿਆ ਪਤਾ ਪਰ ਮੇਰੇ ਪੜਾਉਣ ਦਾ ਮਤਲਬ ਪਤਾ ਕੀ ਸੀਗਾ ਮੇਰੀ ਨਿਗਾਹ ਪਹਿਲੇ 6 ਕੁਐਸਚਨ ਤੇ ਨਹੀਂ ਸਮਝੇ ਨਾ ਮੇਰੀ ਗੱਲ ਜਦੋਂ ਮੈਂ ਪੂਰੀ ਕਲਾਸ ਦੇ ਲਿਸਟ ਆਫ ਹੈਡਿੰਗ ਪੜਾ ਦੂੰਗਾ ਨਾ ਤੁਸੀਂ ਬਾਕੀ ਕੁਐਸਚਨ ਕਹੋਗੇ ਇਹਦੀ ਲੋਕੇਸ਼ਨ ਉਹ ਸੀ ਇਹਦੀ ਲੋਕੇਸ਼ਨ ਉਹ ਸੀ ਉਹ ਕਿਵੇਂ ਪਤਾ ਲੱਗੂ ਜੇ ਪੜਿਆ ਹੋਊਗਾ ਤਾਂ ਹੀ ਪਤਾ ਲੱਗੂਗਾ ਆਪਾਂ ਇਹ ਨਾ ਸਮਝੋ ਕਿ ਰਮਨ ਵੀਰੇ 2 ਕੁਐਸਚਨ ਹੋਏ ਨੇ B ਤੇ C ਪੜੇਗਾ ਤੁਹਾਡੇ ਤਾਂ 4 5 6 ਕੁਐਸਚਨ ਹੋ ਗਏ ਤੁਹਾਨੂੰ ਪਤਾ ਹੀ ਨਹੀਂ ਹੈਗਾ ਤੁਸੀਂ ਤਾਂ ਭੋਲੇ ਹੋ C ਕੁਐਸਚਨ ਪੜਿਆ D ਪੜਦੇ ਆ ਤੇ ਇਹ ਵੀ ਦਿਮਾਗ ਚ ਰੱਖਦੇ ਕਿ ਹਾਈ D ਤਾਂ ਛੋਟਾ ਜਿਹਾ ਕੋਈ ਨਾ ਚਾਹੇ ਛੋਟਾ ਚਾਹੇ ਵੱਡਾ ਪਰ ਪੜਾਂਗੇ ਤਾਂ ਹੈਗੇ ਕਹਿੰਦਾ it is this use of high dilutions that has given rise to controversy ਹੁਣ ਭਾਈ ਇੱਕ controversy ਛੜਪੀ ਕਹਿੰਦਾ many conventional doctor claim that homeopathy functions only as a placebo because the dose is so small homeopathy ਦੇ ਕਈ ਕਨਵੈਨਸ਼ਨਲ ਡਾਕਟਰ ਪਤਾ ਕੀ ਕਹਿੰਦੇ ਲੈ ਇਹਦੀ ਡੋਜ਼ ਹੈ ਨਾ ਜਿਹੜੀ ਉਹ ਟੁੱਚੂ ਜੀ ਹੁੰਦੀ ਹੈ ਸਮਾਲ ਹੁੰਦੀ ਹੈ however the clinical experience of homeopathy shows that this tiny dose can be effective ਉਹ ਕਹਿੰਦੇ ਸਾਡੀ ਡੋਜ਼ ਛੋਟੀ ਤਾਂ ਹੁੰਦੀ ਹੈ ਵੀਰ ਜੀ ਛੋਟੀ ਹੈ ਕਮਾਲ ਦੀ ਹੁੰਦੀ ਹੈ ਕਹਿੰਦਾ ਗੇੜੇ ਖਵਾ ਦੂ it works on unconscious people and infants ਇਹ unconscious people ਨੂੰ ਤੇ ਬੱਚਿਆਂ ਨੂੰ ਵੀ ਅਸਰ ਕਰਦੀ ਹੈ and it even works on animal ਜਾਨਵਰਾਂ ਨੂੰ ਵੀ controlled clinical study performed by medical researchers are demonstrating that homeopathy can be an effective method of treatment for many diseases ਉਹ ਕਹਿੰਦੇ ਬੜੀਆਂ ਜ਼ਿਆਦਾ ਬਿਮਾਰੀਆਂ ਤੇ ਇਹਦਾ ਅਸਰ ਹੈ ਹੁਣ ਦਿਖਾਵਾਂਗੇ ਹੁਣ ਮੈਂ ਬੋਲਦਾ ਨਹੀਂ ਤੁਸੀਂ ਬੋਲੋਗੇ ਤੇ ਬਿਨਾ ਮੈਂ ਕਿਸੇ ਨੂੰ ਇੱਕ ਨੂੰ ਖੜਾ ਕਰੂੰਗਾ ਪਲੀਜ਼ ਤੁਸੀਂ ਨਾ ਮੈਂ ਦੇਖਣਾ ਚਾਹੁੰਦਾ ਦੇਖੋ ਆਨਸਰ ਚ ਇਹ ਵੀ ਨਹੀਂ 30 ਸੈਕਿੰਡ ਦੇ ਰਹੇ ਤੇ ਬਿਨਾ ਬੋਲੇ ਵੀਰ ਜੀ ਜੇ ਕੋਈ ਬੋਲਿਆ ਕਲਾਸ ਚੋਂ ਬਾਹਰ ਨਾਲ ਦੀ ਨਾਲ ਆਕਾਸ਼ ਆਨਸਰ aspect of a treatment okay answer ਕਿਹੜਾ same okay ਮਤਲਬ ਦੋ ਜਗ੍ਹਾ answer ਹੈ 8 ਇੱਕ ਜਗ੍ਹਾ answer 8 ਦੋ ਜਣੇ ਦੋ ਪਟਵਾਰੀ ਸਾਹਿਬ very good ਰੇਨ ਬੈਂਡ ਮਤਲਬ 8 ਦੇ ਕਾਫੀ ਜ਼ਿਆਦਾ ਹੋ ਗਏ ਹੈ ਬਾਈ ਜੀ 8 ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਐਕੂਰੇਟ ਆਨਸਰ 8 था ਓਏ ਬੋਲਿਓ ਐਸਪੈਕਟ ਆਫ ਟ੍ਰੀਟਮੈਂਟ ਕਿਵੇਂ ਹੋ ਗਿਆ ਐਸਪੈਕਟ ਆਫ ਟ੍ਰੀਟਮੈਂਟ ਤਾਂ ਹੈ ਵੀ ਇਲਾਜ ਐਵੇਂ ਕੀਤਾ ਜਾਂਦਾ ਹੈ ਮੈਂ ਤਾਂ ਐਵੇਂ ਸੋ ਨਾਈਸ ਚਲੋ ਐਕੂਰੇਟ ਆਨਸਰ ਡਿਬੇਟ ਓਵਰ ਇਫੈਕਟਿਵਨੈਸ ਪਹਿਲੀ ਲਾਈਨ ਚ ਆ ਗਿਆ ਕੰਟਰੋਵਰਸੀ
ਕੰਟਰੋਵਰਸੀ ਉੱਥੇ ਹੁੰਦੀ ਹੈ ਜਿੱਥੇ ਡਿਬੇਟ ਹੋ ਗਏ। ਉਹ ਕਹਿੰਦੇ ਤੁਹਾਡੀ ਇਹ ਸੋਟੀ ਹੈ, ਉਹ ਕਹਿੰਦੇ ਸੋਟੀ ਹੈ ਬਹੁਤ ਖਤਰਨਾਕ ਹੈ। 3 ਕੁਐਸਚਨ ਘੇਰ ਲਿਆ। ਮੈਂ ਇੱਕ ਗਾਇਨੋਲੋਜਿਸਟ ਨੂੰ ਸੁਣਿਆ, ਗਾਇਨੋਲੋਜਿਸਟ ਹੁੰਦੀ ਹੈ ਜਿਹੜੀ ਬੱਚਿਆਂ ਜਿਹੜੀ ਪ੍ਰੈਗਨੈਂਸੀ ਟਾਈਮ ਡਾਕਟਰ ਹੁੰਦੀ ਹੈ ਉਹਨੂੰ। ਤੁਸੀਂ ਆਰਾਮ ਨਾਲ ਦਿਮਾਗ ਲਾ ਕੇ ਸੁਣਿਓ, ਮੇਰੀ ਬੜੀ ਗੱਲ ਇੰਪੋਰਟੈਂਟ ਹੈ, ਡੂੰਗੀ ਬਹੁਤ ਗੱਲ ਕਰੂੰਗਾ ਮੈਂ। ਕਹਿੰਦੇ ਕੋਈ ਬੰਦਾ ਲੇਡੀ ਡਾਕਟਰ ਕੋਲੇ ਗਿਆ, ਉਹਦੀ ਵਾਈਫ ਪ੍ਰੈਗਨੈਂਟ ਸੀ ਤੇ ਨਾਲ ਬੱਚਿਆਂ ਦੀ ਇੱਕ ਡਾਕਟਰ ਬੈਠੀ ਸੀ। ਉਸ ਬੰਦੇ ਨੇ 18 ਪਰਚੀਆਂ ਜਿਹੜੀ ਬੱਚਿਆਂ ਦੀ ਡਾਕਟਰ ਉਹਨੂੰ ਦੇਤੀਆਂ, 18 ਪਰਚੀਆਂ। ਬੱਚਿਆਂ ਦੀ ਡਾਕਟਰ ਹੱਸ ਕੇ ਕਹਿੰਦੀ ਅੱਜ ਸਾਰਾ ਮਹੱਲਾ ਹੀ ਚੈੱਕ ਕਰਾਉਣ ਆ ਗਿਆ। ਖੈਰ ਨਾ ਜੀ ਮੇਰੇ ਨੇ 18 ਦੇ 18 ਮੇਰੇ ਨੇ। ਉਹਨੂੰ ਬੜੀ ਹੈਰਾਨੀ ਹੋਈ ਯਾਰ ਵੀ ਖਸਮਾ ਤੂੰ ਇੰਨੀ ਮਤਲਬ ਆਬਾਦੀ ਕਰਖੀ ਆ ਵੀ ਇਹ ਤਾਂ ਬੜਾ ਖਰਾਬ ਹੈ ਕੰਮ। ਉਹ ਪ੍ਰਵਾਸੀ ਮਜ਼ਦੂਰ ਸੀਗਾ। ਮੇਰੀ ਛੋਟੀ ਜਿਹੀ ਬੇਨਤੀ ਹੈ, ਕੋਈ ਆਪਣਾ ਪੰਜਾਬ ਤੋਂ ਬਾਹਰੋਂ ਆਇਆ ਹੋਇਆ ਸੱਜਣ ਮਿੱਤਰ ਸੀਗਾ ਉਹ ਕਹਿੰਦੀ ਉਹਨੇ ਸੁਣਿਆ, ਪਹਿਲਾਂ ਡਾਕਟਰ ਨੇ ਪੁੱਛਿਆ ਵੀ ਇੰਨੇ ਕਾਤੋਂ, ਤੈਨੂੰ ਔਖਾ ਨਹੀਂ ਹੁੰਦਾ? ਕਹਿੰਦਾ ਔਖਾ ਤਾਂ ਜੀ ਪਹਿਲੇ 2-4 ਦਾ ਹੁੰਦਾ, ਬਾਕੀ ਤਾਂ ਜਵਾਕ ਨੂੰ ਪਾਲੀ ਜਾਂਦੇ ਨੇ, ਇੰਨਾ ਔਖੀ ਵਾਲੀ ਗੱਲ ਹੀ ਨਹੀਂ ਸੀਗੀ। ਕਹਿੰਦੀ ਇੰਨੇ ਕਾਤੋਂ? ਕਹਿੰਦਾ ਸੁਣਨਾ ਚਾਹੁੰਦੇ ਹੋ? ਕਹਿੰਦੀ ਹਾਂ। ਕਹਿੰਦਾ ਪਹਿਲੀ ਗੱਲ ਪੰਜਾਬੀਆਂ ਦੇ ਇੱਕ ਜਵਾਕ ਹੈ। ਪਹਿਲੀ ਗੱਲ ਪੰਜਾਬੀਆਂ ਦੇ ਇੱਕ ਜਵਾਕ ਹੈ ਤੇ ਕਈਆਂ ਦੇ ਇੱਕ ਵੀ ਨਹੀਂ ਹੈਗਾ, ਤੇ ਜਿਹੜਾ ਇੱਕ ਹੈਗਾ ਉਹ ਕੈਨੇਡਾ ਹੈ। ਸੱਚਾਈ ਹੈ, ਸੱਚਾਈ ਹੈ। ਕਹਿੰਦਾ ਮੇਰੇ 18 ਨੇ ਨਾ, ਤੁਸੀਂ ਦੇਖਿਓ ਇਹ ਵੱਡੇ ਹੋ ਕੇ ਇਹਨਾਂ ਦੇ ਕੱਲੇ ਦੇ 18 ਹੋਣਗੇ ਅੱਗੇ। ਉਹ ਕਹਿੰਦੀ ਐਵੇਂ ਕਾਤੋਂ? ਕਹਿੰਦਾ ਇੱਕ ਟਾਈਮ ਤੇ ਆ ਕੇ ਸਾਰੇ ਪੰਜਾਬੀ ਮੂਵ ਕਰ ਜਾਣਗੇ ਇਸ ਜਗ੍ਹਾ ਤੇ। ਕਹਿੰਦਾ ਅਸੀਂ ਰਾਜ ਕਰਾਂਗੇ, ਮੈਂ ਫਿਊਚਰ ਦਾ ਸੋਚ ਰਿਹਾ। ਕਹਿੰਦਾ ਆਉਣ ਵਾਲੇ ਸਾਡੇ IAS IPS DSP SSP ਸਾਡੇ ਹੋਣਗੇ। ਕਿਉਂ? ਤੁਹਾਡੀ ਤਾਂ ਆਬਾਦੀ ਖਤਮ ਹੋ ਰਹੀ ਹੈ। ਇਹ ਗੱਲ ਚਾਹੇ ਮਜ਼ਾਕ ਚ ਲੈ ਲਓ ਚਾਹੇ ਸੀਰੀਅਸ ਹੋ ਕੇ ਲੈ ਲਓ, ਪਰ ਗੱਲ ਤਾਂ ਅਸਲੀ ਹੈ। ਮੇਰੇ ਬਹੁਤ ਸਾਰੇ, ਮੈਂ ਕਦੇ ਬੈਠੇ ਇਹ ਗੱਲ ਸੋਚਦਾ ਹੁੰਦਾ, ਬੜੇ ਸਾਰੇ ਰਿਸ਼ਤੇ ਸਾਡੇ ਐਵੇਂ ਦੇ ਨੇ ਅੱਜ ਕੱਲ। ਮੇਰੇ ਬਹੁਤ ਆਪਦੇ ਬੜੇ ਨੌਨ ਬੰਦੇ ਨੇ ਜਿਨ੍ਹਾਂ ਦੇ ਇੱਕ ਬੱਚਾ ਹੈਗਾ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਖਸਮੋ, ਜਵਾਕ ਨੂੰ ਮਾਸੀਆਂ ਚਾਚੀਆਂ ਦਾ ਪਿਆਰ, ਚਾਚੀਆਂ ਦਾ ਪਿਆਰ ਕਿੱਥੇ ਗਿਆ? ਕਿੱਥੇ? ਮੈਂ ਤਾਂ ਆਪਦੇ ਘਰੇ ਕਹਿਣਾ ਆਪਦੀ ਲੇਡੀ ਨੂੰ ਵੀ ਆਪਣੇ ਤਾਂ ਘੱਟੋ ਘੱਟ 4 ਜਾਂ 5 ਹੋਣੇ ਚਾਹੀਦੇ ਨੇ। ਉਹ ਕਹਿੰਦੇ ਵੀ ਪਾਪਾ, ਮੈਂ ਕਿਹਾ ਕੋਈ ਨਾ ਫਿਰ 2 ਕਰਾ ਲਾਂਗੇ ਵਿਆਹ। ਨਿਆਣੇ ਤਾਂ ਚਾਹੀਦੇ ਨੇ, ਭੁੱਖੇ ਤਾਂ ਮਾਰਦਾ ਨਹੀਂ, ਇੰਨੀ ਕਿ ਤਾਂ ਸੈਟਿੰਗ ਹੈਗੀ ਹੈ, ਰੋਟੀ ਤਾਂ ਖਵਾ ਦਿਆ ਕਰੂ, ਪੜ੍ਹਾ ਵੀ ਦੇਊਂਗਾ, ਚੰਗਾ ਪੜ੍ਹਾ ਦੂੰ। ਮਤਲਬ ਤੁਸੀਂ ਨਿਗਾਹ ਮਾਰ ਕੇ ਦੇਖਦੇ ਹੋ ਇਹ ਗੱਲ ਵੀ ਕਿੱਥੇ ਰਿਸ਼ਤੇ, ਕਿੱਥੇ? ਤੁਸੀਂ ਸਾਰੇ ਜਿੰਨੇ ਬੈਠੇ ਹੋ ਇਮਾਨਦਾਰੀ ਨਾਲ ਦੱਸੋ, ਕੀ ਤੁਹਾਡਾ ਡੈਡੀ ਇਕੱਲਾ ਸੀਗਾ? ਸੋਚ ਕੇ ਦੇਖੋ। ਘੱਟੋ ਘੱਟ ਆਪਣੇ ਤਾਂ ਐਵੇਂ ਸੀ ਵੀ 3 ਭੂਆ 6 ਡੈਡੀ, ਦਰਜਨ ਦੇ ਉੱਤੇ ਚੱਲ ਰਹੇ ਸੀ ਕੰਮ। ਆਪਦੀ ਉਹ ਕ੍ਰਿਕਟ ਟੀਮ ਦੀ ਸਾਡੀ। ਮੈਂ ਤੁਹਾਨੂੰ ਇਹ ਦੇਖੋ, ਆਪਾਂ ਹੱਸ ਰਹੇ ਹਾਂ, ਖੇਡੋ ਮਜ਼ਾਕ ਕਰੋ, ਮੇਰੀ ਕਲਾਸ ਹੈ, ਮੇਰੇ ਭੈਣ ਭਰਾਓ। ਤੁਸੀਂ ਜਿੰਨੇ ਆਨਲਾਈਨ ਮੈਨੂੰ ਦੇਖਦੇ ਨੇ ਉਹ ਵੀ ਮੇਰੇ ਭੈਣ ਭਰਾ ਨੇ, ਪਰ ਇਹ ਗੱਲ ਸੋਚਣ ਵਾਲੀ ਤਾਂ ਬਹੁਤ ਹੈ। ਅਗਲੇ ਰਿਸ਼ਤੇ ਕਿੱਥੇ ਨੇ? ਕਿੰਨਾ ਕੁ ਟਾਈਮ? ਮੰਨ ਕੇ ਚੱਲੋ ਆਪਾਂ ਜ਼ੋਰ ਮਾਰ ਕੇ 50 ਸਾਲ ਜੀ ਗਏ, ਹੋਰ ਖਤਮ। ਅਗਲੀ ਪੀੜ੍ਹੀ ਆਪਣੀ ਦਾ ਕੀ ਬਣੂਗਾ? ਆਪਾਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਖਤਮ ਕਰ ਰਹੇ ਹਾਂ ਆਪਦੇ ਆਪ ਨੂੰ, ਤੇ ਸਾਡੇ ਬੱਚਿਆਂ ਨੂੰ ਤਾਂ ਆਪਣੇ ਕਲਚਰ ਬਾਰੇ ਨਹੀਂ ਪਤਾ। ਆਪਣੇ ਬੱਚਿਆਂ ਨੂੰ ਤਾਂ ਮੈਂ ਕਹਿੰਦਾ ਬਹੁਤ ਸਾਰੇ ਸੱਜਣ ਮਿੱਤਰ ਐਵੇਂ ਦੇ ਨੇ, ਜੇ ਜਮੀ ਸੌਖੀ ਜੀ ਗੱਲ ਕਰਾਂ ਕਿ 10 ਗੁਰੂਆਂ ਦੇ ਨਾਮ ਸੀਕੁਐਂਸ ਚ ਸੁਣਾ ਦਿਓ, ਬੱਚਿਆਂ ਤੋਂ ਉਹ ਵੀ ਨਹੀਂ ਸੁਣਾਉਂਦੇ। ਕੋਈ ਝੂਠੀ ਗੱਲ ਨਹੀਂ ਕਰਦਾ ਮੈਂ ਇਹ ਕਹਿੰਦਾ ਹਰ ਬੋਲੀ ਸਿੱਖੋ, ਪਰ ਆਪਣੇ ਆਪ ਦਾ ਕਲਚਰ ਤਾਂ ਸਿੱਖੋ ਯਾਰ। ਲੋਕਾਂ ਨੇ ਇਹ ਬਣਾ ਲਿਆ ਵੀ ਜੇ ਅੰਗਰੇਜ਼ੀ ਆਊਗੀ ਤਾਂ ਜ਼ਿੰਦਗੀ ਬਣੂਗੀ। ਮੈਨੂੰ ਆਉਂਦੀ ਅੰਗਰੇਜ਼ੀ, ਠੀਕ ਹੈ, ਜ਼ਿੰਦਗੀ ਬਣ ਗਈ, ਪਰ ਮੈਨੂੰ ਪੰਜਾਬੀ ਵੀ ਤਾਂ ਆਉਂਦੀ ਹੈ। ਮੈਂ ਲਿਟਰੇਚਰ ਪੰਜਾਬੀ ਵੀ ਹੱਸ ਕੇ ਪੜ੍ਹਦਾ। ਮੈਂ ਇਹ ਕਹਿੰਦਾ ਕਿ ਆਪਣਾ ਵਿਰਸਾ ਨਾ ਖਤਮ ਕਰ ਲਓ। ਵੈਸਟਰਨ ਪਾਉਣਾ ਪਾਓ, ਪਰ ਆਪਣੇ ਲੋਕਾਂ ਨੇ ਤਾਂ ਨਾ ਉਹੀ ਗੱਲ ਹੈ ਵੀ ਕੁੜਤੇ ਪਜਾਮੇ ਨੂੰ ਨਾਈਟ ਸੂਟ ਕਹਿੰਦੇ ਨੇ, ਪਰ ਐਵੇਂ ਨਹੀਂ ਨਾ। ਤਾਂ ਮੈਂ ਰਣਜੀਤ ਬਾਵੇ ਦੀ ਦੇਖੀ ਸੀ ਇੱਕ ਵੀਡੀਓ, ਕਹਿੰਦਾ ਵੀ ਮੈਨੂੰ ਕਿਸੇ ਨੇ ਕਿਹਾ ਵੀ ਆਪ ਤੋਂ ਕਹਿੰਦੀ ਨਾਈਟ ਸੂਟ ਮੇ ਆ ਗਏ, ਕਹਿੰਦਾ ਅੱਜ ਤੇਰਾ ਬੇੜਾ ਤਰਜੇ। ਕਹਿੰਦਾ ਸਾਡੇ ਪੰਜਾਬੀਆਂ ਦੇ ਜਦੋਂ ਜ਼ਿਆਦਾ ਟੌਰ ਕੱਢਣੀ ਹੁੰਦੀ ਆ ਉਦੋਂ ਪਾਉਂਦੇ ਨੇ, ਇਹ ਸੱਚੀ ਗੱਲ ਹੈ। ਤਾਂ ਮੈਂ ਤਾਂ ਇਹ ਕਹਿੰਦਾ ਬਾਈ ਜੀ, ਪੰਜਾਬ ਹੱਸਦਾ ਵੱਸਦਾ ਰਹੇ ਤੇ ਉਰੇ ਜੰਮੇ ਪਲੇ ਆ। ਬਾਹਰ ਜਾਓ ਜ਼ਰੂਰ ਜਾਓ, ਪਰ ਵਾਪਸ ਮੁੜਨ ਦਾ ਵੀ ਇੱਕ ਦਿਮਾਗ ਰੱਖ ਕੇ ਜਾਈਓ। ਜਾ ਕਾਹਦੇ ਲਈ ਰਹੇ ਆ? ਜਸਟ ਫॉर ਮਨੀ। ਅਗਰੀ ਕਰਦੇ ਹੋ? ਆ ਕੋਈ ਦਿਮਾਗ ਨਹੀਂ, ਆਈ ਜਸਟ ਵਾਂਟ ਟੂ ਗੋ देयर ਫॉर ਮਾਈ ਫਰਦਰ ਸਟੱਡੀ। ਕਿਹੜਾ ਬਾਬੇ ਸਟੱਡੀ? ਕੌਣ? ਕਿਹੜੀ ਸਟੱਡੀ? ਅੱਛਾ ਵੀ ਸਰ ਐਕਚੁਅਲੀ ਉੱਥੇ ਕ੍ਰਾਈਮ ਨਹੀਂ ਹੈ।
ਹਰ ਤੀਜੇ ਦਿਨ ਕਿਸੇ ਪੰਜਾਬੀ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰੀ ਜਾਂਦੀ ਹੈ, ਕ੍ਰਾਈਮ ਨਹੀਂ? ਸਾਰੀਆਂ ਜਗ੍ਹਾ ਤੇ ਬਸ ਇਹ ਹੈ ਵੀ ਜਿੱਥੇ ਬਾਬੇ ਨਾਨਕ ਨੇ ਦਾਣਾ ਪਾਣੀ ਜਿਹਦਾ ਲਿਖ ਰੱਖਿਆ ਹੈ ਉੱਥੇ ਹੈਗਾ। ਮੈਂ ਜੇ ਕੈਨੇਡਾ ਜਾਊਂਗਾ ਵਸੂੰਗਾ, ਪਰ ਮੈਂ ਇੱਕ ਦਿਮਾਗ ਇੱਕ ਗੱਲ 'ਚ ਰੱਖਦਾ ਵੀ ਮੈਂ ਵਾਪਸ ਵੀ ਮੁੜੂੰਗਾ। ਮੈਂ 3 ਦਿਨ ਪਿੰਡ ਰਹਿ ਕੇ ਆਇਆ, ਸਾਰਿਆਂ ਨੂੰ ਪਤਾ ਹੈ ਨਾ। ਮੈਂ ਬੈਠਾ ਪਿੰਡ ਨਾ, ਤੁਸੀਂ ਯਕੀਨ ਕਰੋ ਮੇਰੀ ਗੱਲ ਤੇ, ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ। ਜਦੋਂ ਮੈਂ ਬੈਠਾ ਸੀ ਉੱਥੇ, ਮੈਂ ਟਰੈਕਟਰ ਚਲਾਉਣ ਲੱਗ ਗਿਆ। ਟਰੈਕਟਰ ਚਲਾ ਕੇ ਮੈਂ ਨਾ ਕੁਛ 2-4 ਲਾਈਨਾਂ ਲਿਖੀਆਂ। ਮੈਂ ਕਿਹਾ ਮੈਂ ਮਹਿਸੂਸ ਕੀਤਾ ਕਿ ਪਿੰਡ ਦੀ ਜ਼ਿੰਦਗੀ ਬਹੁਤ ਸੌਖੀ ਹੈ। ਮੈਂ ਕਿਹਾ ਜ਼ਿੰਦਗੀ ਤੇਜ਼ ਨਹੀਂ ਲੰਘ ਰਹੀ, ਬਲਕਿ ਇਹਦੇ ਹਰ ਇੱਕ ਪਲ ਨੂੰ ਮਾਣਿਆ ਜਾ ਸਕਦਾ ਹੈ। ਮੈਂ ਕਿਹਾ ਸ਼ਹਿਰ ਤਰੱਕੀਆਂ ਬਹੁਤ ਕਰ ਗਿਆ, ਜ਼ਿੰਦਗੀ ਤਾਂ ਫੁੱਲ ਸਪੀਡ ਤੇ ਲੰਘ ਰਹੀ ਹੈ। ਅਸੀਂ ਜ਼ਿੰਦਗੀ ਬਣਾਉਣ ਦੇ ਚੱਕਰ 'ਚ ਜ਼ਿੰਦਗੀ ਜਿਉਣੀ ਭੁੱਲ ਗਏ। ਸ਼ੁੱਧ ਹਵਾ, ਸ਼ਾਂਤ ਮਾਹੌਲ ਤੇ ਪੰਛੀ ਅੱਜ ਵੀ ਪਿੰਡਾਂ 'ਚ ਬੋਲਦੇ ਸੁਣਦੇ ਨੇ। ਮੈਂ ਆਪਣੀ ਜ਼ਿੰਦਗੀ ਦੇ ਕੁਝ ਸਾਲ ਮੈਂ ਕਿਹਾ ਪਿੰਡ 'ਚ ਬਿਤਾਉਣੇ ਚਾਹੁੰਦਾ। ਕੁਦਰਤ ਦੀ ਗੋਦੀ 'ਚ ਖੁੱਲੀਆਂ ਜ਼ਮੀਨਾਂ 'ਚ ਹਰ ਫਸਲ ਨੂੰ ਉਗਦੇ ਦੇਖਣਾ ਚਾਹੁੰਦਾ। ਗਾਵਾਂ ਤੇ ਮੱਝਾਂ ਨੂੰ ਆਪਣੇ ਪਰਿਵਾਰ ਦੇ ਮੈਂਬਰ ਬਣਾਉਣਾ ਚਾਹੁੰਦਾ। ਸੱਚ ਪੁੱਛੇ ਤਾਂ ਮੈਂ ਪਿੰਡ 'ਚ ਰਹਿਣਾ ਚਾਹੁੰਦਾ। ਕਰੋੜਾਂ ਦੀਆਂ ਕੋਠੀਆਂ ਨਹੀਂ, ਇੱਕ ਛੱਤ ਦੇ ਮਕਾਨ 'ਚ ਰਹਿਣਾ ਚਾਹੁੰਦਾ। ਅੰਤ ਮੇਰੇ ਨੂੰ ਮੈਂ ਪਿੰਡ 'ਚ ਰਹਿਣਾ ਚਾਹੁੰਦਾ। ਮਤਲਬ ਮੈਨੂੰ ਬੜਾ ਮਹਿਸੂਸ ਹੋਇਆ ਵੀ ਉਰੇ ਤਾਂ ਸ਼ਹਿਰ 'ਚ ਪੈਸਾ ਬਹੁਤ ਹੈ, ਸਭ ਕੁਝ ਹੈ, ਪਰ ਸਕੂਨ ਨਹੀਂ ਹੁੰਦਾ, ਉਹ ਨਹੀਂ ਹੈਗਾ, ਸੱਚੀ ਨਹੀਂ ਹੈਗਾ। ਮੈਂ ਰਾਤ ਨੂੰ ਆਪਣੀ ਗਲੀ 'ਚ ਵਾਕ ਕਰਨ ਨਹੀਂ ਲੰਘ ਸਕਦਾ ਹੈਗਾ, ਕੀ ਪਤਾ ਕਹੇ ਜਾਂ ਲੋਕਾਂ ਦਾ ਕੀ ਹੈ ਜੀ। ਤੇ ਮੈਂ ਪਿੰਡ 'ਚ ਰਾਤ ਨੂੰ 11-11:30 ਦੀ ਵਾਕ ਕਰਦਾ ਸੀਗਾ। ਤਾਂ ਮਤਲਬ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਹੈਗੀ, ਪਰ ਮੈਂ ਤਾਂ ਇਹ ਕਹਿੰਦਾ ਵੀ ਪੰਜਾਬ ਬਚਾਉਣਾ ਹੈਗਾ, ਉਜਾੜਨਾ ਨਹੀਂ ਹੈਗਾ। ਤੇ ਇਹ ਸਾਰੇ ਆਪਣੀਆਂ ਜ਼ਿੰਮੇਵਾਰੀਆਂ ਜੀ। ਬਾਹਰ ਜਾਓ, ਪੜ੍ਹਨ ਜਾਓ, ਪੈਸੇ ਕਮਾਓ, 5 ਸਾਲ ਰਹੋ, 10 ਸਾਲ ਰਹੋ। ਓਏ ਬਾਬੇ ਮੁੜ ਕੇ ਪਰ ਆਪਣੇ ਤਾਂ ਐਕਚੁਅਲੀ ਥੋੜੇ ਤੇ ਟੈਸਟ ਬਹੁਤ ਹੈ ਵੀ ਆਏ ਹਾਏ 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 ਥੋੜੇ 25 ਸਾਲ ਉਰੀ ਰਲ ਕੇ ਗਈਆਂ ਉਹ ਜਿਹੜੀਆਂ ਨੇ ਵੀ ਸਾਸੀ ਖਾਲ, ਵੀ ਸੋਹਣਿਆ ਸਾਸੀ ਖਾਲ ਨਹੀਂ ਹੁੰਦਾ, ਪਤਾ ਨਹੀਂ ਕੀ ਹੈ। ਦੈਟ ਇਜ਼ ਵਾਟ ਸਤਿ ਸ਼੍ਰੀ ਅਕਾਲ। चलो आ जाओ, एक्यूरेट आंसर से डिबेट ओवर इफेक्टिवनेस, दैट्स राइट। मैं बोलदा पता क्यों आ, क्योंकि ਮੈਨੂੰ ਇਹ ਲੱਗਦਾ ਵੀ ਸ਼ਾਇਦ ਮੇਰੇ ਬੱਚਿਆਂ ਨੂੰ ਕੁਝ ਤਾਂ ਸਿੱਖਣ ਨੂੰ ਮਿਲੇ ਮੇਰੀਆਂ ਗੱਲਾਂ ਤੋਂ। ਈ ਪੈਰਾਗ੍ਰਾਫ ਹੁਣ ਇਹ ਨਹੀਂ ਹੈਗਾ ਖਸਮੋ ਕੱਲ ਨੂੰ ਹਟ ਜਾ ਵੀ ਸਰ ਪੰਜਾਬ ਬਚਾਵਾਂਗੇ। ਬੇਟੇ ਪੰਜਾਬ ਬਚਾਉਂਦੇ ਬਚਾਉਂਦੇ ਰਮਨ ਨੂੰ ਕਿਤੇ ਜਾੜ ਦੋ, ਤੇ ਵੀਡੀਓ ਦੇਖਣ ਵਾਲੇ ਉਹ ਦੇਖ ਲਿਆ ਕਰਿਓ ਖਸਮੋ, ਕਿਤੇ ਐ ਕਹਿ ਦੋ ਵੀ ਨਹੀਂ ਸਰ ਅੱਜ ਦੁਨੀਆ 'ਚ ਤਾਂ ਔਖਾ ਵੀ ਸਰ ओवर मोटिवेशन ना मिल जाए ਤੁਹਾਨੂੰ ਕਿਤੇ। ਚਲੋ ਕਹਿੰਦਾ the most important part of a homeopathic treatment lies the lengthy interview which the homeopath conduct with the patient। ਇਹ ਸੱਚੀ ਗੱਲ ਹੈ ਬਾਬੇ। ਮੈਂ ਬਿਮਾਰ ਹੋ ਗਿਆ, ਮੈਂ ਹੋਮੋਪੈਥੀ ਡਾਕਟਰ ਕੋਲੇ ਗਿਆ, ਮੇਰੀ ਵਾਈਫ ਦਾ ਰਿਸ਼ਤੇਦਾਰ ਸੀਗਾ, ਕਹਿੰਦਾ ਦਿਲ ਦੀਆਂ ਗੱਲਾਂ ਕਰ, ਮੈਂ ਕਰਾਂ ਨਾ। ਮੈਂ ਕਿਹਾ ਕਿਤੇ ਮੈਂ ਤੱਤਾ ਹੋਇਆ ਕਹਿੰਦਾ ਵੀ ਕਿਸੇ ਨੂੰ ਪਸੰਦ ਕਰਦਾ। ਫਿਰ ਮੈਂ ਕਿਸੇ ਹੋਰ ਕੋਲੇ ਗਿਆ, ਫਿਰ ਮੈਂ ਪੜਾਸ ਕੱਢੀ ਆਪਣੀ ਵੀ ਮੈਨੂੰ ਸੁਪਨੇ ਤੰਗ ਕਰਦੇ ਨੇ। ਮੈਨੂੰ ਇਹ ਹੌਲਾ ਲੱਗਿਆ ਵਜਨ ਵੀ ਹਾਏ ਜਿਹੜੀਆਂ ਗੱਲਾਂ ਮੈਂ ਆਪਣੇ ਘਰ ਵਾਲੀ ਨਾਲ ਨਹੀਂ ਕਰੀਆਂ। ਹੋਮੋਪੈਥੀ ਵਾਲੇ ਤੁਹਾਡੀਆਂ ਖਸਮ 2 ਘੰਟੇ ਲਾ ਦਿੰਦੇ ਨੇ ਇੱਕੋ ਮਰੀਜ਼ ਤੇ, ਉਹਨੂੰ ਕਰੀ ਜਾਂਦੇ ਖੰਘ ਆਉਂਦੀ ਹੈ, ਆਂਦੇ ਕਿੰਨੀ ਕਰਦੀ। ਮੈਨੂੰ ਇਹ ਲੱਗੇ ਵੀ ਹਾਏ ਕਿੰਨਾ ਕੇਅਰਿੰਗ ਹੈ, ਇਹ ਹੈ ਹੀ ਬੰਦਾ ਨਹੀਂ, ਮੈਂ ਤਾਂ ਰਿਸ਼ਤਾ ਹੀ ਕਰ ਲੈਂਦਾ। ਨੀਂਦ ਆਉਂਦੀ ਹੈ ਕਿੰਨੀ ਕੁ ਆਉਂਦੀ ਹੈ ਵੀ ਹਾਏ। ਕਹਿੰਦਾ ਇੰਨਾ ਲੰਬਾ ਇੰਟਰਵਿਊ ਹੁੰਦਾ ਹੈ। ਦਾ ਆਈਡੀਆ ਬਿਹਾਈਂਡ ਦਿਸ 1 to 2 hour ਕੰਸਲਟੇਸ਼ਨ, ਇਹ ਸੱਚੀ ਗੱਲ ਹੈ, 1 ਤੋਂ 2 ਘੰਟੇ ਦੀ ਕੰਸਲਟੇਸ਼ਨ ਹੁੰਦੀ ਹੈ। is to build up a psychological, emotional ਤੇ physical history of the patient। ਮਤਲਬ ਇਹ ਨਹੀਂ ਹੈਗਾ ਜਾ ਕੇ ਦੁਕਾਨ ਵਾਲੇ ਵੀ ਸਿਰ ਦੁਖਣ ਦੀ ਗੋਲੀ ਲੈ ਡੋਲੋ, ਇੱਧਰ ਬੋਲੋ ਉੱਧਰ ਬੋਲੋ, ਲੈ ਡੋਲੋ। ਤੁਸੀਂ ਕਿਸੇ ਡਾਕਟਰ ਨੂੰ ਬਾਇਓਟਿਕ, ਸਾਡੇ ਮਿੱਤਰ ਹੈਗਾ, ਮੈਨੂੰ ਕਹਿੰਦਾ ਡਿਟੋਲ ਨਹੀਂ, ਕਹਿੰਦਾ ਕਿੰਨੇ ਦੀ ਪਾਵਾਂ, ਢੋਲ ਹੀ ਪਰਖਿਆ, ਕਹਿੰਦਾ ਘਰੇ ਦੇਸੀ ਡਿਟੋਲ ਬਣਾਈ ਹੋਈ ਹੈ, ਕੋਈ ਪਤਾ ਨਹੀਂ। ਮਤਲਬ ਹੋਮੋਪੈਥੀ ਵਾਲੇ ਘੰਟਾ 2 ਘੰਟੇ ਲਾ ਕੇ ਬੰਦੇ ਦੀ ਸਾਈਕੋਲੋਜੀ, ਦਿਮਾਗ ਦੇਖਦੇ ਨੇ, ਇਮੋਸ਼ਨਲ ਦੇਖਦੇ ਨੇ, ਫਿਜ਼ੀਕਲ ਦੇਖਦੇ ਨੇ, ਟੂ ਡਿਸਕਵਰ ਦਾ ਅੰਡਰਲਾਈਂਗ ਪੈਟਰਨ ਆਫ ਡਿਸੀਜ਼ ਕਿ ਆਈ ਕਿਵੇਂ।
The homeopath then decides which medicine to prescribe based on the closest match the patient's symptom and the non-symptom elected by the medicine in the healthy body। ਫਿਰ ਉਹ ਦੇਖਦੇ ਨੇ ਵੀ ਕਿਹੜੀ ਦਵਾਈ ਦੇਈਏ ਜਿਹੜੀ ਦੀ ਬਿਮਾਰੀ ਨੂੰ closest match ਕਰੇ। Single dose is given for the shortest period of time necessary to stimulate the body's healing power। ਤੇ ਫਿਰ ਥੋੜੀ ਜਿਹੀ ਇੱਕ ਟਾਈਮ ਦੀ ਡੋਜ਼ ਦਿੰਦੇ ਨੇ ਵੀ ਆਹ ਲੈ ਕੇ ਦੇਖ ਅਸਰ ਕਰਦੀ ਹੈ ਕਿੰਨਾ। ਇਹ ਨਹੀਂ ਹੈਗਾ ਚੱਕ ਕੇ ਥੱਬਾ ਦੇ ਨਾਲ DSR ਖਾਈ ਚੱਲੋ, ਠੀਕ ਹੈ। ਤਾਂ ਉਹ ਕਿਵੇਂ ਇਲਾਜ ਕਰਦੇ ਆ ਬਾਬਾ ਜੀ, ਇਹ ਹੈ ਤੇ ਮੈਂ ਕਹਿਣਾ ਵੀ ਨਹੀਂ ਚਾਹੁੰਦਾ ਵੀਰ ਜੇ। ਤੇ ਮੇਰਾ ਸਟੂਡੈਂਟ ਆਨਸਰ ਕਿਵੇਂ ਲੱਭਦਾ, ਪਹਿਲਾਂ ਦੇਖੋ ਉਹਨੇ ਕੀ ਕਰਿਆ, ਕੱਟ ਦਿੱਤਾ, ਇਹ ਵੀ ਕੱਟ ਦਿੱਤਾ, ਇਹ ਵੀ ਕੱਟ ਦਿੱਤਾ ਤੇ ਇਹ ਵੀ ਕੱਟ ਦਿੱਤਾ, ਠੀਕ ਹੈ। ਇਹ ਕਦੋਂ ਲੈਣ 'ਚ ਆ ਗਏ ਦੀ ਹੈ, ਫਿਊਚਰ ਕੋਈ ਨਹੀਂ ਹੈਗਾ, ਕੰਸਰਨ ਵੀ ਨਹੀਂ ਕਰਿਆ, ਕੋਈ ਕੰਪੈਰੀਜ਼ਨ ਵੀ ਨਹੀਂ ਕਰ ਰਿਹਾ, ਇਹ ਵੀ ਨਹੀਂ ਹੈਗਾ, ਐਡਵਾਂਟੇਜ ਨਹੀਂ ਤਾਂ ਬਾਬਾ ਹੁਣ ਤੂੰ ਦੱਸ, ਸਮਝ ਗਏ ਮੇਰੀ ਗੱਲ। ਇੱਕ ਨਹੀਂ ਗਲਤ ਗਏ ਤੇ ਦੋ ਗਏ, ਕਿਉਂਕਿ ਜਿਹਦਾ ਇਹਨੇ ਇਹ ਲਾਇਆ ਸੀ ਉਹ ਕਿਸੇ ਹੋਰ ਦਾ ਸੀ, ਫਿਰ ਇਹਦਾ ਉਹ ਹੋ ਗਿਆ, ਮਤਲਬ ਇਹਦਾ ਉਹ ਇਹ ਉਹ, ਹਾਂ ਠੀਕ ਹੈ ਨਾ। ਐਕੂਰੇਟ ਆਨਸਰ ਹੈ ਐਸਪੈਕਟਸ ਆਫ ਅ ਟ੍ਰੀਟਮੈਂਟ, ਕਿ ਟ੍ਰੀਟਮੈਂਟ ਕਿਵੇਂ ਹੁੰਦਾ ਹੈ, ਟ੍ਰੀਟਮੈਂਟ ਉਹ ਦੱਸਦੇ ਨਾ ਘੰਟਾ 2 ਘੰਟੇ ਲਾਉਂਦੇ ਨੇ, ਬੰਦੇ ਦਾ ਫੀਲ ਦੇਖਦੇ ਨੇ, ਫਿਰ ਸਿੰਗਲ ਡੋਜ਼ ਐਵੇਂ ਇਲਾਜ। ਹੋਮੋਪੈਥੀ ਜਿਹੜਾ ਤਾਂ ਇਹ ਕਹਿੰਦੇ ਨੇ ਵੀ ਜੜੋਂ ਖਤਮ ਕਰਾਂਗੇ, ਪਰ ਅੰਗਰੇਜ਼ੀ ਦਵਾਈਆਂ ਦੂਜੀਆਂ ਹੁੰਦੀਆਂ ਨੇ, ਹੈਨਾ। ਚਲੋ ਆਪਣੇ ਦੋ ਰਹਿ ਗਏ, 2 ਪੈਰਾਗ੍ਰਾਫ ਮਿਲ ਰਿਹਾ ਨਾ, E ਤੱਕ ਹੋ ਗਏ, F G ਰਹਿ ਗਏ, ਹਾਂ ਇਹ ਹੋ ਗਿਆ ਨਾ, F ਤੇ G ਰਹਿ ਗਏ। ਚਲੋ ਇਹਨੂੰ ਵੀ ਕਰ ਲੈਣਾ ਆਪਾਂ ਫਿਨਿਸ਼। ਸਰ ਕਿੰਨੇ ਚੰਗੇ, ਚਲੋ ਤੁਸੀਂ ਤਾਂ ਕਹਿੰਦੇ ਨਹੀਂ ਖਾਸੂ। How does the concept of the homeopathy differs from that one conventional medicine? ਉਹ ਕਹਿੰਦੇ conventional medicine ਤੋਂ ਅਲੱਗ ਕਿਵੇਂ ਹੈ, different ਕਿਵੇਂ ਹੈ। Very simply, homeopathy attempts to stimulate the body to recover itself। ਯਾਦ ਰੱਖਿਓ ਜਿਹੜੇ homeopathy ਵਾਲੇ ਨੇ ਨਾ, ਉਹ ਤਾਂ ਇਹ ਚਾਹੁੰਦੇ ਨੇ ਕਿ body ਆਪਣੇ ਆਪ recover ਕਰੇ। Instead of looking upon the symptoms as something wrong which must be set right, the homeopath sees them as the signs of the way the body is attempting to help itself। ਉਹ ਤਾਂ ਇਹ ਚਾਹੁੰਦੇ ਨੇ ਕਿ ਅਸੀਂ ਐਵੇਂ ਦੀ ਦਵਾਈ ਦਈਏ ਕਿ ਹੋਮੋਪੈਥੀ ਨਾਲ ਬੰਦਾ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਏ। Another basic difference between conventional medicine therapy and homeopathy in the role of medication. In much of conventional therapy, the illness is controlled through regular use of a medical substance। ਕਹਿੰਦਾ ਕੀ ਹੁੰਦਾ ਹੈ, ਹੋਮੋਪੈਥੀ ਨੂੰ ਤਾਂ ਜੜੋਂ ਖਤਮ ਕਰਨ ਨੂੰ ਫਿਰਦੇ ਨੇ, ਉਹ ਕਹਿੰਦੇ ਨੇ ਵੀ ਬੋਡੀ ਆਪਣੇ ਆਪ ਨੂੰ ਹੀਲ ਕਰੇ, ਪਰ ਇਹਦੇ ਉਲਟ ਕਹਿੰਦਾ ਜਿਹੜੀਆਂ ਕਨਵੈਨਸ਼ਨਲ ਹੁੰਦੀਆਂ ਨੇ, ਜਿਹੜੇ ਅੰਗਰੇਜ਼ੀ ਦਵਾਈਆਂ ਵਾਲੇ ਨੇ ਨਾ, ਉਹ ਤਾਂ ਇੱਕ ਵਾਰ ਬਿਮਾਰੀ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ। ਮੰਨ ਲਓ ਕਿਸੇ ਬੰਦੇ ਨੂੰ ਨਾ ਆਵਰੇਜ ਦਿੱਤਾ ਹੋਇਆ ਹੈ, ਐਗਜ਼ਾਮਪਲ ਦੇਣਾ ਤੁਹਾਨੂੰ, ਆਹ ਐਗਜ਼ਾਮਪਲ ਦਿੱਤੀ ਹੈ ਇਹਨਾਂ ਨੇ ਅੰਗਰੇਜ਼ੀ ਦਵਾਈਆਂ ਦੀ। ਕੀ ਐਗਜ਼ਾਮਪਲ ਹੈ, ਕਹਿੰਦਾ ਇਫ ਦਾ ਮੈਡੀਕੇਸ਼ਨ ਇਜ਼ ਵਿਦਡਰਾਨ, ਉਹ ਕਹਿੰਦੇ ਇਹਨੂੰ ਕੰਟਰੋਲ ਕਰਦੇ ਨੇ, ਜੇ ਮੈਡੀਸਨ ਛੱਡਤੀ ਦਾ ਪਰਸਨ ਰਿਟਰਨ ਟੂ ਇਲਨੈਸ, ਫਿਰ ਬੰਦਾ ਫਿਰ ਬਿਮਾਰ ਹੋ ਜਾਊਗਾ। ਫॉर ਐਗਜ਼ਾਮਪਲ ਅ ਪਰਸਨ ਕਹਿੰਦਾ ਹੂ ਟੇਕਸ ਅ ਪਿਲ ਫॉर ਦਾ ਹਾਈ ਬਲੱਡ ਪ੍ਰੈਸ਼ਰ ਐਵਰੀ ਡੇ ਇਜ਼ ਨਾਟ ਅੰਡਰਗੋਇੰਗ ਟੂ ਕਿਉਰ। ਜਿਹੜਾ ਬੰਦਾ ਨਾ ਹਾਈ ਬਲੱਡ ਪ੍ਰੈਸ਼ਰ ਦੀ ਗੋਲੀ ਖਾਂਦਾ ਹੈ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਦੇ ਬਲੱਡ ਪ੍ਰੈਸ਼ਰ ਨੂੰ ਠੀਕ ਕਰਨ ਦੇ ਲਈ ਕਰਦਾ ਹੈ, ਉਹ ਤਾਂ ਉਹਨੂੰ ਕੰਟਰੋਲ ਕਰਕੇ ਰੱਖਦਾ ਹੈ। ਜੋ ਬਲੱਡ ਪ੍ਰੈਸ਼ਰ ਦੀ ਗੋਲੀ ਖਾਣੀ ਛੱਡ ਦੇ, ਬਲੱਡ ਪ੍ਰੈਸ਼ਰ ਫਿਰ ਉੱਥੇ ਨਾ ਹੋਏਗਾ, ਬਟ ਇਜ਼ ਓਨਲੀ ਕੰਟਰੋਲਿੰਗ ਦਾ ਸਿੰਪਟਮ। ਕਹਿੰਦਾ ਹੋਮੋਪੈਥੀ ਬੰਦੇ ਨੂੰ ਕਹਿੰਦੇ ਨੇ ਵੀ ਅਸੀਂ ਤੇਰਾ ਜੜੋਂ ਇਲਾਜ ਕਰਾਂਗੇ, ਤੇ ਦੂਜੀਆਂ ਦਵਾਈਆਂ ਕਹਿੰਦੇ ਨੇ ਵੀ ਤੈਨੂੰ ਇੱਕ ਵਾਰ 'ਚ ਕੰਟਰੋਲ ਕਰ ਦਾਂਗੇ, ਪਰ ਜਦੋਂ ਦਵਾਈ ਛੱਡ ਦੇਗਾ ਫਿਰ ਉੱਥੇ ਆ ਜਾਊਗੀ ਬਿਮਾਰੀ। Homeopathy's aim is the cure, the complete restoration to perfect health। ਡਾਕਟਰ ਹੈਨੇਮਨ ਨੇ ਇਹ ਗੱਲ ਕਹੀ ਹੈ, ਮਤਲਬ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਕਨਫਿਊਜ਼ਨ ਹੋਊਗਾ। ਐਕੂਰੇਟ ਆਨਸਰ ਇਜ਼ ਥਰਡ, ਫੋਰਥ ਨਹੀਂ ਹੈਗਾ, ਡਾਕਟਰ ਹੈਨੇਮਨ ਨਹੀਂ ਹੈਗਾ। ਡਾਕਟਰ ਹੈਨੇਮਨ ਦੀ ਲਾਈਫ ਥੋੜੀ ਦੱਸੀ ਹੈਗੀ। ਫੋਰਥ ਕਿਵੇਂ ਨਹੀਂ ਹੈਗਾ, ਉਹਦਾ ਸਟੋਰੀ ਨਹੀਂ, ਕੰਪੈਰੀਜ਼ਨ with the traditional western medicine। ਕੰਪੈਰੀਜ਼ਨ ਨਹੀਂ ਦੱਸਿਆ ਉਹਨੇ ਇਹ ਦੱਸਿਆ ਵੀ ਹੋਮੋਪੈਥੀ ਵਾਲੇ ਕਿਵੇਂ ਕਰਦੇ ਨੇ, ਅੰਗਰੇਜ਼ੀ ਦਵਾਈ ਵਾਲੇ ਬਾਬੇ ਕਿਵੇਂ ਕਰਦੇ ਨੇ। ਕੰਪੈਰੀਜ਼ਨ ਉਹਦੀ ਹੁੰਦਾ। ਲਾਸਟ ਰਹਿ ਗਿਆ ਇੱਕ ਕੁਐਸਚਨ ਤੋਂ ਬਾਅਦ ਫਿਰ ਤੁਹਾਡੀ ਮਿਹਨਤ ਜਾਰੀ ਹੋ ਜਾਊਗੀ, ਕਿਉਂਕਿ ਤੁਹਾਨੂੰ ਪਤਾ ਲੱਗੂਗਾ ਵੀ ਰਮਨ ਸਰ ਨੇ ਕੀ ਪੜਾਇਆ, ਮੇਰੀ ਕਲਾਸ ਦਾ ਮੁੱਲ ਪਊਗਾ ਹੁਣ, ਫਿਰ ਤੁਹਾਨੂੰ ਲੱਗੂ ਵੀ ਸਾਨੂੰ ਕੌਣ ਪੜਾਉਂਦਾ ਹੈਗਾ। ਕਹਿੰਦਾ ਹੋਮੋਪੈਥੀ has made significant progress in treating disease which orthodox medicine find difficult। ਹੋਮੋਪੈਥੀ ਬੜੇ ਵਧੀਆ ਤਰੀਕੇ ਨਾਲ ਇਲਾਜ ਕਰਦੀ ਹੈ, ਤੇ ਜਿਹੜੀਆਂ ਆਰਥੋਡਾਕਸ ਮੈਡੀਸਨ ਹੁੰਦੀਆਂ ਨੇ ਉਹ ਨਹੀਂ ਕਰਦੀਆਂ, ਪੁਰਾਣੀਆਂ।
best at dealing with inflammatory conditions such as arthritis, skin condition, migraine ਤੇ respiratory problem linked to allergies. It has also proved highly successful at treating asthma. ਜਿਹੜੀ ਹੋਮੋਪੈਥੀ ਹੈ ਉਹ ਇੰਨੀਆਂ ਚੀਜ਼ਾਂ ਨੂੰ ਡੀਲ ਕਰਦੀ ਹੈ, ਅਸਥਮਾ ਠੀਕ ਕਰ ਦਿੰਦੀ ਹੈ, ਫਲਾਂ ਕਰਦੀ ਹੈ, ਸਾਰੀਆਂ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਕਰਦੀ ਹੈ, ਬਟ ਪਰ homeopathy is not an appropriate treatment for degenerative disease such as emphysema. ਕੋਈ ਬਿਮਾਰੀ ਹੈ ਇਹਨੂੰ ਠੀਕ ਨਹੀਂ ਕਰਦੀ. It cannot treat disease which destroy tissue, although it can still be beneficial if used in the combination with other treatment. ਕਹਿੰਦਾ ਕੁਝ ਕੁ ਬਿਮਾਰੀਆਂ ਨੇ ਉਹਨੂੰ ਠੀਕ ਕਰ ਦਿੰਦੀ ਹੈ, ਪਰ ਕੁਝ ਕੁ ਬਿਮਾਰੀਆਂ ਨੇ ਹੋਮੋਪੈਥੀ ਉਹਨੂੰ ਠੀਕ ਨਹੀਂ ਵੀ ਕਰ ਸਕਦੀ. ਜਿਹੜੀ ਬਿਮਾਰੀ ਦੇ ਵਿੱਚ ਬਾਡੀ ਦੇ ਟਿਸ਼ੂ ਟੁੱਟਦੇ ਨੇ ਨਾ, ਉਹ ਬਿਮਾਰੀਆਂ ਨੂੰ ਇਹ ਠੀਕ ਨਹੀਂ ਕਰ ਪਾਉਂਦੀ ਹੈਗੀ. ਟੂ ਆਫ ਦਾ ਮੇਨ ਐਡਵਾਂਟੇਜ ਆਫ ਹੋਮੋਪੈਥੀ. ਹੋਮੋਪੈਥੀ ਦੇ ਦੋ ਐਡਵਾਂਟੇਜ ਨੇ. ਇੱਕ ਤਾਂ ਲੋ ਕਾਸਟ ਆਫ ਦਾ ਮੈਡੀਕੇਸ਼ਨ ਐਂਡ ਦਾ ਰੇਅਰਿਟੀ ਆਫ ਐਡਵਰਸ ਰਿਐਕਸ਼ਨ. ਇੱਕ ਤਾਂ ਇਹਦੀ ਲੋ ਕਾਸਟ ਹੈ, ਸਸਤੀ ਹੈ, ਰਿਐਕਸ਼ਨ ਨਹੀਂ ਕੋਈ. The medicines are inexpensive, महंगी नहीं हैगी, safe है, easy to use है. So people can learn to handle many of the common illness for which they currently seek medical help. The resulting savings in cost and the increase the personal independence represent a significant contribution of healthcare. ਤੇ ਇੱਕ ਬੰਦਾ ਆਪਣੀ ਜ਼ਿੰਦਗੀ ਦੀ healthcare ਬੜੀ ਵਧੀਆ ਕਰ ਸਕਦਾ. ਹੋਮੋਪੈਥੀ ਕੁਝ ਕਰ ਸਕਦੀ ਹੈ, ਕੁਝ ਨਹੀਂ ਕਰ ਸਕਦੀ. एक्यूरेट आंसर है एडवांटेज एंड लिमिटेशन ऑफ. एडवांटेज क्या है? सस्ती है, सेफ है, इजी टू यूज है. लिमिटेशन की है भी सारियां बीमारियां ते नहीं ना, कुछ के बीमारियां ਨੂੰ ਠੀਕ ਕਰਦੀ ਹੈ. ਤੁਸੀਂ ਇਹ ਦੇਖੋ ਪੁੱਤਰ, ਸਭ ਤੋਂ ਵੱਡੀ ਗੱਲ ਆਪਣੇ ਕੋਲੇ 10 ਆਪਸ਼ਨ ਸੀਗੇ, ਇੱਕ ਐਗਜ਼ਾਮਪਲ ਸੀ, 3 ਬਚਣੇ ਚਾਹੀਦੇ ਸੀ. ਇੱਕ ਤਾਂ ਕੰਸਰਨ ਇਹ ਨਹੀਂ ਆਇਆ, ਫਿਊਚਰ ਵੀ ਨਹੀਂ ਆਇਆ, ਆ 3 ਨਹੀਂ ਆਏ. ਆਬਵੀਅਸਲੀ ਇਹ ਸਾਰੇ ਸਾਨੂੰ ਬੇਵਕੂਫ ਬਣਾਉਣ ਦੇ ਲਈ ਸੀ. ਹੁਣ ਕਲਾਸ ਦਾ ਮੁੱਲ ਪਾਓਗੇ? ਯੈਸ ਸਰ. ਪਹਿਲੇ 6 ਕੁਐਸਚਨ ਕਰਾਤੇ. ਉਸਤਾਦ 7ਵਾਂ 8ਵਾਂ 9ਵਾਂ 10ਵਾਂ 11ਵਾਂ 12ਵਾਂ 13ਵਾਂ ਸਾਰੇ ਦੇ ਸਾਰੇ ਤੁਹਾਡੇ, ਮੇਰਾ ਕੋਈ ਨਹੀਂ. ਜੇ ਮੁੱਲ ਪੈ ਗਿਆ ਫਿਰ ਆਪਾਂ ਨੂੰ ਪਤਾ ਲੱਗ ਜਾਊ ਵੀ ਅਸੀਂ ਪੇਪਰ 'ਚ ਲਿਸਟ ਆਫ ਹੈਡਿੰਗ ਕਰਾਂਗੇ ਪਹਿਲਾਂ. ਚਲੋ ਦੇਖੀਏ. ਇਹ ਆਏ ਮੇਰਾ ਕਾਲੂ. No more than 3 words. ਠੀਕ ਹੈ ਸਰ, 3 words ਤੋਂ ਵੱਧ ਆਪਾਂ ਲੈ ਕੇ ਨਹੀਂ ਜਾਣੇ. ਓਕੇ ਚਲੋ ਕੁਝ ਹੋਏ ਨੇ ਨਾਲ ਟਾਕ ਹੈ. ਪਹਿਲਾਂ ਤਾਂ ਕਹਿੰਦਾ ਮੇਕਿੰਗ ਆ ਹੋਮੋਪੈਥਿਕ ਰੈਮੇਡੀ. ਕਿਹੜਾ ਪੈਰਾਗ੍ਰਾਫ ਸੀਗਾ? ਸੀ, ਜਿਹਦੇ ਚ ਪ੍ਰੈਪਰੇਸ਼ਨ ਆਫ ਅ ਮੈਡੀਸਨ ਸੀਗਾ. ਹੋਮੋਪੈਥੀ ਨੂੰ ਕਿਵੇਂ ਬਣਾਉਂਦੇ ਮੰਨ ਕੇ ਚਲੋ. ਕਹਿੰਦਾ the remedies comes from the plant, animal ਤੇ mineral. ਪੜਿਆ ਸੀ ਕਿਤੇ ਆਪਾਂ ਨੇ. a single product is mixed with a dash. ਹਾਂ, alcohol and water. ਉਹਨੇ ਦੱਸਿਆ ਸੀਗਾ ਵੀ ਸਿੰਗਲ ਪ੍ਰੋਡਕਟ ਹੈ ਜਿਹੜਾ ਉਹ ਕਿਹਦੇ ਚ ਮਿਕਸ ਹੁੰਦਾ ਸੀ? ਐਲਕੋਹਲ ਤੇ ਵਾਟਰ. ਛੱਡਿਆ ਜਾਂਦਾ ਸੀ 2 ਤੋਂ 4 ਵੀਕ ਤੱਕ. ਠੀਕ ਹੈ, ਉਸ ਤੋਂ ਬਾਅਦ ਕਹਿੰਦਾ ਆਪ ਕੁਝ ਨਹੀਂ ਹੈਗਾ. ਕਹਿੰਦਾ 1 drop of this tincture is added 99 drop. ਠੀਕ ਹੈ, the mixture is then dash vigorously shaken. ਉਹ ਜਿਹੜਾ ਮਿਕਸਚਰ ਹੈਗਾ ਉਹ ਕੀ ਸੀਗਾ? shaken vigorously ਸੀਗਾ, ਉਹਨੂੰ ਕਰਿਆ. ਮਤਲਬ ਪਹਿਲਾ ਪਤਾ ਲੱਗਿਆ ਐਲਕੋਹਲ ਤੇ ਵਾਟਰ, ਦੂਜਾ ਪਤਾ ਲੱਗਿਆ shaken. ਕਹਿੰਦਾ as the remedy becomes more diluted it gets stronger. ਕਿ ਆ ਦੇਖੋ, ਛੱਡੋ ਕੋਈ ਗੱਲ ਨਹੀਂ. ਰੈਮੇਡੀ ਜਿੰਨੀ ਡਿਲੂਟ ਕਰੀ ਜਾਂਦੀ ਸੀ ਇਹ ਕੀ ਹੁੰਦੀ ਸੀ? ਠੀਕ ਹੈ, ਇਹ ਸੀ ਪੈਰਾਗ੍ਰਾਫ ਚ ਲਾਸਟ ਤੇ ਸੀਗਾ. ਆ ਲੋ, the higher dilution the stronger. ਇਹ ਜਿੰਨਾ dilution ਹਾਈ ਹੁੰਦਾ ਸੀ ਉਹਨਾਂ stronger ਹੁੰਦਾ ਸੀ. 3 fill in the blank ਨਾਲ ਦੇਣਾ. ਚਲੋ ਕੋਈ ਨਾ, ਐ ਕਰੋ ਆਪਾਂ ਅਗਲੀਆਂ fill in the blank ਦੇਖਦੇ ਹਾਂ. ਹਾਲੇ ਕਿਹੜਾ ਮੁੱਕ ਗਿਆ ਇਹ. ਲੋ ਆ ਹੋ ਗਿਆ 10ਵਾਂ 11ਵਾਂ 12ਵਾਂ 13ਵਾਂ. ਆਰਾਮ ਨਾਲ ਚੱਲਿਓ ਮੇਰੇ ਨਾਲ, ਕੋਈ ਕਾਰੀ ਨਹੀਂ. ਠੀਕ ਹੈ, ਮੈਂ ਹੈਲਪ ਕਰ ਦਿੰਦਾ ਤੁਹਾਨੂੰ. 10ਵਾਂ ਦੇਖੀ. ਠੀਕ ਹੈ, ਹੋਮੋਪੈਥੀ ਡਿਫਰ ਹੈ ਕਨਵੈਨਸ਼ਨਲ ਮੈਡੀਸਨ ਨੰਬਰ ਆਫ ਵੇਜ਼. ਕਨਵੈਨਸ਼ਨਲ ਮੈਡੀਸਨ ਵਿਊ ਸਿਮਟਮ ਐਜ਼ ਇੰਡੀਕੇਸ਼ਨ ਸਮਥਿੰਗ ਰੋਂਗ ਇਨ ਦਾ ਬੋਡੀ. ਜਿਹੜੀ ਤਾਂ ਉਹ ਆਪਾਂ ਨੇ ਦੇਖਿਆ ਸੀ ਉਹ ਬੋਡੀ ਨੂੰ ਦੱਸਦੀਆਂ ਨੇ ਵੀ ਕੀ ਹੈ. ਵੇਅਰ ਐਜ਼ ਜਿਹੜੀ ਹੋਮੋਪੈਥੀ ਸੀਜ਼
them as signs that the body is attempting to ਨੇੜੇ ਕਨਵੈਨਸ਼ਨਲ ਮੈਡੀਸਨ ਦਵਾਈ ਦੇ ਕੇ ਪਰਾਂ ਹੋ ਜਾਣੇ ਸੀ, ਪਰ ਹੋਮੋਪੈਥੀ ਵਾਲੇ ਕੀ ਚਾਹੁੰਦੇ ਜੀ, ਬੋਡੀ ਕੀ ਕਰੇ? ਹਾਂ ਆਨਸਰ ਹੀਲ ਇਟਸੈਲਫ। ਉਹ ਕਹਿੰਦੇ ਸੀ ਇਹ ਆਪਣੀ ਬੋਡੀ ਨੂੰ ਕੀ ਕਰੇ? ਹੀਲ ਇਟਸੈਲਫ। ਜੇ ਨਹੀਂ ਪਤਾ ਲੱਗਦਾ ਲੋ ਆਪਾਂ ਪੜਿਆ ਸੀ ਇਹ ਪੈਰਾਗ੍ਰਾਫ ਸਾਇੰਸ ਬੋਡੀ। ਅਰੇ ਇਹਦਾ ਪੜਿਆ ਸੀ ਨਾ ਆਪਣੇ, ਹੈਲਪ ਇਟਸੈਲਫ। ਮੈਨੂੰ ਲੱਗਦਾ ਇਹਦਾ ਆਨਸਰ ਹੈਲਪ ਇਟਸੈਲਫ ਹੀ ਆਊਗਾ। ਰਿਕਵਰ ਇਟਸੈਲਫ। ਹਾਂ ਹੋਮੋਪੈਥੀ ਅਟੈਂਪਟ ਟੂ ਸਟਿਮੂਲੇਟ ਟੂ ਬੋਡੀ, ਪਰ ਹੈਲਪ ਇਟਸੈਲਫ ਨਹੀਂ ਆਣਾ। ਜਿਹਦਾ ਰਿਕਵਰ ਆਵੇ ਵੀ ਉਹ ਬੋਡੀ ਨੂੰ ਕਹਿੰਦੇ ਨਾ, ਹੋਮੋਪੈਥੀ ਵਾਲੇ ਕੀ ਕਹਿੰਦੇ ਕਿ ਬੋਡੀ ਆਪਣੇ ਆਪ ਨੂੰ ਰਿਕਵਰ ਕਰ ਲੇ। ਕੋਈ ਨਾ, ਆਪਾਂ ਫਿਰ ਵੀ ਆਨਸਰ ਮੈਚ ਕਰਾਂਗੇ, ਚਿੰਤਾ ਨਾ ਕਰੋ। ਅਗਲਾ 11ਵਾਂ, ਬੋਲੀ ਨਾ ਦੇਖਿਓ ਆਰਾਮ ਨਾਲ। ਇਹ ਕਹਿੰਦਾ ਮੈਨੀ ਟਾਈਪ ਆਫ ਕਨਵੈਨਸ਼ਨਲ ਮੈਡੀਕੇਸ਼ਨ ਡੈਸ਼ but if the medication is taken away the illness return। ਬਹੁਤ ਸਾਰੀਆਂ ਕਨਵੈਨਸ਼ਨਲ ਮੈਡੀਸਨ ਕੀ ਕਰਦੀਆਂ ਨੇਗੀਆਂ? ਹਾਂ ਕੰਟਰੋਲ। ਉਹਨੇ ਕਿਹਾ ਸੀ ਨਾ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਕਨਵੈਨਸ਼ਨਲ ਮੈਡੀਸਨ ਨੇ ਉਹ ਕੰਟਰੋਲ ਕਰਦੀਆਂ ਨੇ, ਜੇ ਮੈਡੀਸਨ ਛੱਡਤੀ ਇਲਨੈਸ ਵਾਪਸ ਆ ਜੂਗੀ। ਐਗਜ਼ਾਮਪਲ ਕੀ ਦਿੱਤੀ ਸੀ? ਹਾਈ ਬਲੱਡ ਪ੍ਰੈਸ਼ਰ ਵਾਲੀ। ਉਹ ਦਵਾਈ ਦਿੰਦੇ ਨੇ ਕਾਦੇ ਲਈ? ਕੱਲਾ ਕੰਟਰੋਲ ਕਰਨ ਦੇ ਲਈ, ਤੇ ਜੇ ਦਵਾਈ ਛੱਡਤੀ ਤਾਂ ਉਹ ਵਾਪਸ ਉੱਥੇ ਆ ਜਾਊਗਾ। 12ਵਾਂ, ਹੋਮੋਪੈਥਿਕ ਰੈਮੀਡੀਜ਼ ਆਰ ਡੈਸ਼ ਦੈਨ ਕਨਵੈਨਸ਼ਨਲ ਮੈਡੀਸਨ। ਚੀਪ, ਸਸਤੀਆਂ, ਹੋਰ ਵੀ ਸੇਫਰ। ਆਰ ਮੈਨੂੰ ਲੱਗਦਾ ਸੇਫਰ। ਹੋਮੋਪੈਥੀ ਨੇ ਜਿਹੜੀਆਂ ਉਹ ਜ਼ਿਆਦਾ ਸੇਫ ਨੇ, ਪਰ ਚੀਪ ਵੀ ਆ ਸਕਦਾ ਹੈ। ਉਹ ਚੀਪ ਨੇ ਕਨਵੈਨਸ਼ਨਲ ਮੈਡੀਸਨ ਚੋਂ, ਐਂਡ ਹੈਵ ਅ ਫਿਊਅਰ ਸਾਈਡ ਇਫੈਕਟ। ਵੈਰੀ ਗੁੱਡ, ਬਹੁਤ ਅੱਛੇ। ਹੁਣ ਆਪਾਂ ਇੱਕ ਵਾਰ ਦੇਖੀਏ ਆਨਸਰ। ਦੇਖੋ ਆ ਤਾਂ ਉੱਪਰਲੇ ਦਾ ਆਪਣੀ ਲਿਸਟ ਆਫ ਹੈਡਿੰਗ ਹੋ ਗਈ, ਠੀਕ ਹੈ। ਐਲਕੋਹਲ ਐਂਡ ਵਾਟਰ ਪੜਿਆ ਸੀ, ਸ਼ੇਕਨ, ਸਟਰੋਂਗਰ ਤੇ ਹੀਲ ਇਟਸੈਲਫ ਹੈਗਾ। ਲਾ ਲਓ ਕੰਟਰੋਲ ਸਿੰਪਟਮ ਆਪਾਂ ਨੇ ਦੇਖ ਲਿਆ ਸੀਗਾ, ਉਹ ਚੀਪਰ ਹੈ, ਜਿਹਨੇ ਚੀਪਰ ਕਿਹਾ ਸੀ। ਵੈਰੀ ਗੁੱਡ। ਤੇ ਸਾਈਡ ਇਫੈਕਟ ਤੁਸੀਂ ਪੜਿਆ ਸੀ। ਤੁਸੀਂ ਇਹ ਗੱਲ ਮੰਨੋ ਕਿ ਮੈਂ ਇਕੱਲੇ ਲਿਸਟ ਆਫ ਹੈਡਿੰਗ ਪੜਾਏ, ਬਾਕੀ ਦਾ ਕੁਐਸਚਨ ਆਪਣੇ ਆਪ ਨੂੰ ਆਏ। ਜੇ ਮੰਨ ਕੇ ਚੱਲੋ, ਜੇ ਨਹੀਂ ਪਤਾ ਲੱਗਿਆ ਪਰ ਆਪਾਂ ਨੂੰ ਇਹ ਤਾਂ ਪਤਾ ਸੀ ਕਿਹੜੀ ਲੋਕੇਸ਼ਨ 'ਚ ਨੇ, ਆਪਾਂ ਵਾਪਸ ਉੱਥੇ ਵੀ ਜਾ ਸਕਦੇ ਆ ਤੇ ਆਪਾਂ ਸਾਰਾ ਪੜ੍ਹ ਕੇ ਆਏ ਆ। ਮੇਰੀ ਸਲਾਹ ਸਾਰਿਆਂ ਨੂੰ ਇਹ ਹੈ ਕਿ ਜੇ ਕੋਈ ਬੱਚਾ 9 ਬੈਂਡ ਕ੍ਰੀਏਟਰ ਬਣਨਾ ਚਾਹੁੰਦਾ ਹੈਗਾ ਤਾਂ ਉਹਨੂੰ ਮੇਰੇ ਤਰੀਕੇ ਨਾਲ ਐਵੇਂ ਫੋਲੋ ਕਰਨਾ ਪਊਗਾ, ਠੀਕ ਹੈ। ਤਾਂ ਸਭ ਤੋਂ ਵਧੀਆ ਤਰੀਕੇ ਨਾਲ ਇੱਕ ਗੱਲ ਰੱਖਿਓ ਯਾਦ, ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ? ਲਿਸਟ ਆਫ ਹੈਡਿੰਗ। ਜਿਹੜਾ ਮਰਜ਼ੀ ਸਟੂਡੈਂਟ ਹੈ ਬਸ ਉਹਨੂੰ ਇਹ ਪਤਾ ਹੋਵੇ ਕਿ ਰਮਨ ਵੀਰੇ ਸਭ ਤੋਂ ਪਹਿਲਾਂ ਅਸੀਂ ਲਿਸਟ ਆਫ ਹੈਡਿੰਗ ਪੜ੍ਹਨੀ ਆ, ਕੁਛ ਹੋ ਜੇ ਤੇ ਲਿਸਟ ਆਫ ਹੈਡਿੰਗ ਸਾਨੂੰ ਪੇਪਰ ਨੂੰ ਕਲੀਅਰ ਕਰਵਾਉਣਗੇ। ਲਓ ਜੀ ਆਓ, ਹੁਣ ਵਾਰੀ ਹੈ ਸਾਡੇ ਬੈਸਟ ਸਟੂਡੈਂਟਸ ਦੀ, ਹਨਾ, ਜਿਨ੍ਹਾਂ ਨੇ ਇਸ ਵਾਰੀ ਬੜਾ ਅੱਛਾ ਪਰਫਾਰਮ ਕੀਤਾ ਹੈ। ਤੇ ਮੈਂ ਚਾਹੁੰਦਾ ਵੀ ਆਪਾਂ ਦੇਖੀਏ ਕਿਹੜੇ ਕਿਹੜੇ ਬੱਚੇ ਆ, ਤੇ ਮੈਂ ਤਾਂ ਰੱਬ ਅੱਗੇ ਦੁਆ ਕਰਦਾ ਕਿ ਨਵੇਂ ਹੋਣ। ਅਸੀਂ ਨਾ ਬੈਸਟ ਸਟੂਡੈਂਟ ਦੇ ਬਣਾਇਆ ਸੀ। ਚਲੋ इन्हें ओपन कर दो। चलो देवा मैं नाम। लाइट ऑन कर दो प्लीज, लाइट्स ऑन कर दो, इधरों भी कर दो। ਆਪਾਂ ਇਹਨੂੰ ਬੰਦ ਕਰ ਦਾਂਗੇ, ਠੀਕ ਹੈ। ਲਓ ਜੀ ਨਾਲ ਨਾਲ ਨਾਮ ਸੁਣੀ ਚੱਲਿਓ ਤੇ ਆਈ ਚੱਲਿਓ। ਸਭ ਤੋਂ ਪਹਿਲਾਂ ਟੋਟਲਰ। ਟੋਟਲਰ ਦਾ ਇੱਕ ਬੱਚਾ ਜਿਹਦਾ ਨਾਮ ਹੈ ਗਿਵਨਜੋਤ। ਗਿਵਨਜੋਤ ਨਾਮ ਹੈ ਕੋਈ? ਵਾਹ ਜੀ ਵਾਹ, ਕੀ ਬਾਤ ਹੈ। ਪਹਿਲਾਂ ਕਲੈਪ ਕਰੋ ਮੁੰਡੇ ਲਈ, ਬਹੁਤ ਅੱਛੇ। ਤੇ ਆ ਜਾ ਮੁੰਡਿਆ। ਤੇ ਟੋਡਲਰ ਚੋਂ ਹੀ ਰਿਜ਼ਲਟ ਹੈ ਲਿਸਨਿੰਗ 7.5, ਰੀਡਿੰਗ ਚੋਂ 5.5 ਹੈ, ਰਾਈਟਿੰਗ ਤੇ ਸਪੀਕਿੰਗ ਚੋਂ 6 ਹੈ ਤੇ ਓਵਰਆਲ 6.5 ਹੈ। ਤਾਂ ਨਾਮ ਗਿਵਨਜੋਤ ਹੈ, ਗਲਤੀ ਨਾਲ ਬੈਗਾ ਜੀਵਨ ਜੋਤ। ਅੱਛਾ ਨਾਮ ਜੀਵਨਜੋਤ ਸੀ, ਗਲਤੀ ਨਾਲ। ਮੈਂ ਤਾਂ ਹੀ ਕਹਾਂ ਮੈਂ ਇੰਨੇ ਮਾਡਰਨ ਤਾਂ ਨਹੀਂ ਆਪਣੇ ਘਰ ਦੇ ਵੀ ਹੇ ਗਿਵਨ ਹੈ। ਲੈ ਵੀ ਮੁੰਡਿਓ ਚੱਕ ਗਿਵਨਜੋਤ, ਬਹੁਤ ਚੰਗਾ ਲੱਗਿਆ ਮੈਨੂੰ, ਬਹੁਤ ਖੁਸ਼ੀ ਹੈ। ਪਰਮਾਤਮਾ ਬਹੁਤ ਲੰਬੀ ਉਮਰਾਂ ਦੇਵੇ ਤੈਨੂੰ। ਤੇ ਸੈਕਿੰਡ ਆਇਆ ਜੀ ਟੋਡਲਰ ਚੋਂ ਸਾਹਿਲ। ਸਾਹਿਲ ਕਿੱਥੇ ਹੈ? ਉਹ ਵਾਹ ਜੀ ਵਾਹ, ਨਵੇਂ ਚਿਹਰੇ।
ਵੈਰੀ ਗੁੱਡ ਸਿਲਵਰ ਮੈਡਲ ਜੀ ਸਾਹਿਲ ਜੀ ਰੱਬ ਤੈਨੂੰ ਬਹੁਤ ਤਰੱਕੀਆਂ ਦੇਵੇ ਮੁੰਡਿਆ 2 ਕਹਿੰਦੇ ਨੇ ਮੈਂ ਆਵਾਂਗੇ ਹੈ ਐਵੇਂ ਕਿਵੇਂ ਲੈ ਵੀ ਮੁੰਡਿਆ ਵੈਰੀ ਗੁੱਡ ਸ਼ਾਬਾਸ਼ ਇਹ ਦੋਨੇ ਨਵੇਂ ਚਿਹਰੇ ਆ ਗਏ ਵੈਰੀ ਗੁੱਡ ਲਓ ਜੀ ਟੌਡਲਰ ਤੋਂ ਬਾਅਦ ਮੂਵਰ ਚੋਂ ਅੰਮ੍ਰਿਤਵੇਲ ਕੌਰ ਹੈ ਵਾਹ ਜੀ ਵਾਹ ਕੀ ਬਾਤ ਹੈ 6.5 6 2 ਚੋਂ 5.5 ਨੇ ਦੇ ਮਤਲਬ ਓਵਰਆਲ 6 ਤੇ ਮੈਂ ਦੱਸਣਾ ਚਾਹੁੰਦਾ ਕਿ ਸਾਡੀਆਂ ਕਲਾਸਿਸ ਦੇ ਲੈਵਲ ਬਣਾਏ ਹੋਏ ਨੇ ਕਿ ਇੱਕ ਬੱਚਾ ਟੌਡਲਰ ਚੋਂ ਜੇ ਉਹ 5.5 ਲੈਂਦਾ ਜਾਂ 6 ਲੈਂਦਾ ਮੂਵਰ ਚੋਂ 6.5 ਤੇ ਆ ਜਾਂਦੇ ਫਲਾਇਰ ਚੋਂ 7 ਤੇ ਐਗਜ਼ਾਮ ਵਿੱਚ ਉਹਦਾ ਬੜਾ ਵਧੀਆ ਹੋਵੇ ਥੈਂਕ ਯੂ ਸੋ ਮਚ ਅੰਮ੍ਰਿਤਵੇਲ ਬਹੁਤ ਖੁਸ਼ੀ ਹੋਈ ਪੁੱਤ ਗੋਡ ਬlesਸ ਯੂ ਥੈਂਕ ਯੂ ਸੋ ਮਚ ਕਲੈਪ एवरीवन ਵੈਰੀ ਗੁੱਡ ਤੇ ਇਹ ਚੋਂ ਸੈਕਿੰਡ ਕੋਈ ਨਹੀਂ ਹੈਗਾ ਕੱਲੀ ਫਸਟ ਕੱਢੀ ਸੀ ਤੇ ਫਲਾਇਰ ਚੋਂ ਜਸਪ੍ਰੀਤ ਕੌਰ ਪਰ ਲਹਿਰੇਗਾ ਅੱਗੇ ਤੋਂ ਕਿਉਂਕਿ ਬਹੁਤ ਜਸਪ੍ਰੀਤ ਕੌਰ ਨੇ ਵੈਰੀ ਗੁੱਡ ਜਸਪ੍ਰੀਤ ਬਹੁਤ ਅੱਛੀ ਵੈਰੀ ਗੁੱਡ ਕੀ ਬਾਤ ਹੈ क्या जसप्रीत एप्रिशिएट पुत लहरेगा के दो रोजा नहीं है वेरी गुड क्लैप करो शाबाश वेरी गुड एग्जाम बैच दे विचों 3 बच्चे ने गए फर्स्ट गुरप्रसाद प्लीज कम गुरप्रसाद ये लास्ट टाइम भी सी मुंडा वेरी गुड सेकंड उमर कौन है तेरी उम्र लंबी ते थर्ड रितु शर्मा प्लीज वेरी गुड शाबाश एप्रिशिएट वाह जी वाह बहुत अच्छे वेरी गुड गुरप्रसाद हमेशा ਦੀ ਤਰ੍ਹਾਂ ਹੈ ਤੇ ਹੁਣ ਪੱਕੇ ਪੇਪਰ ਚੋਂ ਵੀ ਆਪਾਂ ਲੈ ਕੇ ਆਉਣੇ ਆ ਹੈ ਉਰੇ ਖੜ ਕੇ ਕਹਿਣਾ ਵੀ ਮੇਰੇ 99 ਨੇ ਕਹਾਂਗੇ ਬਸ ਝੋਟਿਆ ਜਾ ਥੈਂਕ ਯੂ ਲੈ ਵੀ ਉਮਰ ਇਹ ਤਾਂ ਕੋਈ ਕਲਾਕਾਰ ਜਿਹਾ ਲੱਗਦਾ ਮੈਨੂੰ ਥੈਂਕ ਯੂ ਲੈ ਵੀ ਰਿਤੂ ਤੈਨੂੰ ਹੈਰੀ ਨੂੰ ਤੇਰੇ ਤੇ ਮਾਣ ਹੋਵੇ ਹੈ ਬਹੁਤ ਅੱਛੇ ਗੋਡ ਬlesਸ ਯੂ ਵੈਰੀ ਗੁੱਡ ਤੇ ਲਾਸਟ ਹੈ ਜੀ जीटी रीनू बाला मेरी सिस्टर भी है आ जाओ जी वेरी गुड रीनू क्लैप करो जीटी वाले ने भी बहुत अच्छे वेरी गुड एप्रीसिएशन हैगी ले आओ तुसी भी 20 रुपए दे दियो लिया दांगे हैं ਮੈਨੂੰ ਇਹ ਲੱਗਦਾ ਵੀ ਇਹ ਚੀਜ਼ਾਂ ਕਮਾਈਆਂ ਜਾਂਦੀਆਂ ਨੇ ਤੇ ਮੈਂ ਬਹੁਤ ਅੱਛੇ ਵੈਰੀ ਗੁੱਡ ਮੈਨੂੰ ਬੜੀ ਖੁਸ਼ੀ ਹੈ ਹੈ ਨਾ वेरी गुड आजा वेरी गुड ये मेरी ताया जी दी बेटी मेरी सिस्टर हैगी बहुत क्लैप करो सारे बच्चों ਲਈ ਤੇ ਸਭ ਤੋਂ ਵੱਡੀ ਗੱਲ ਇਹ ਹੈ ਐਗਜ਼ਾਮ ਬੈਚ ਵਾਲੇ ਕਿਹੜੇ ਨੇ ਰਿਜ਼ਲਟ ਕਰਿਓ ਤੇ ਝੋਟਿਓ ਧਿਆਨ ਰੱਖੋ ਰਿਜ਼ਲਟ ਤੁਸੀਂ ਲੈ ਕੇ ਆਉਣਾ ਹੈਗਾ ਹੁਣ ਅਗਲੇ ਟੱਪੇ ਤੁਹਾਡੇ ਉਰੇ ਹੋਣੇ ਚਾਹੀਦੇ ਆ ਇਹ ਨਹੀਂ ਹੋ ਸਰ ਜੀ 5.5 ਰਹਿ ਗਏ ਸਰ ਜੀ ਮੇਰੀ ਮੰਮੀ ਕਹਿੰਦੇ ਰੀਵੈਲੂਏਸ਼ਨ ਹੋ ਜੂਗੀ ਤੁਹਾਡੀ ਮੰਮੀ ਨੂੰ ਕਹਿਣ ਦਾ ਮੌਕਾ ਹੀ ਨਹੀਂ ਦੇਣਾ ਵੀ ਰੀਵੈਲੂਏਸ਼ਨ ਹੋ ਜੂਗੀ ਕਿ ਨਹੀਂ ਹੋ ਜੂਗੀ ਠੀਕ ਆ ਦੈਟਸ ਇਟ ਅੱਜ ਦੀ ਕਲਾਸ ਚ ਲਿਸਟ ਆਫ ਹੈਡਿੰਗ ਬੜੇ ਵਧੀਆ ਗਏ ਤੇ ਤੁਹਾਨੂੰ ਇਹ ਵੀ ਸਿਖਾਇਆ ਕਿ ਲਿਸਟ ਆਫ ਹੈਡਿੰਗ ਤੋਂ ਬਾਅਦ ਚੋਂ ਆਪਾਂ ਨੇ ਕੁਐਸਚਨ ਦੇ ਨਹੀਂ ਪਤਾ ਲੱਗੂ ਲੋਕੇਸ਼ਨ ਤੇ ਜਾ ਕੇ ਇਹ ਤਾਂ ਪਤਾ ਲੱਗੂ ਵੀ ਇਹ ਕਿਹੜੇ ਪੈਰਾਗ੍ਰਾਫ ਚੋਂ ਹੈ ਇਹ ਨੌਲੇਜ ਥੈਂਕ ਯੂ ਸੋ ਮਚ ਅੱਜ ਦੀ ਕਲਾਸ ਲਈ ਤੁਸੀਂ ਸਾਰਿਆਂ ਨੇ ਬੜਾ ਸਾਥ ਦਿੱਤਾ ਤੇ ਮਿਲਦੇ ਆ ਕੱਲ ਦੀ ਕਲਾਸ ਚ ਬੜਾ ਵਧੀਆ ਪੜਾਉਂਗਾ ਕੱਲ ਨੂੰ ਰੀਡਿੰਗ ਨਹੀਂ ਪੜਾਉਂਦੇ ਕੱਲ ਨੂੰ ਆਪਾਂ ਸਾਰੀ ਕਲਾਸ ਚ ਲਿਸਨਿੰਗ ਕਰਾਂਗੇ ਸਾਰੇ ਮਤਲਬ 1 ਤੋਂ 40 क्वेश्चन मतलब पहले 10 क्वेश्चन कराऊंगा डिस्कशन फिर 11 तो 20 करेंगे डिस्कशन फिर 21 तो 30 फिर 31 तो 40 आओगे कल ਨੂੰ ਚਲੋ ਥੈਂਕ ਯੂ ਸੋ ਮਚ ਤੇ ਕੋਸ਼ਿਸ਼ ਕਰਾਂਗੇ ਕਿ ਲਿਸਨਿੰਗ ਦਾ ਵੀ ਆਪਾਂ ਕਲਿੱਪ ਬਣਾਈਏ ਟੇਕ ਕੇਅਰ ਥੈਂਕ ਯੂ ਸੋ ਮਚ ਚੈਨਲ ਕਰ ਲਓ ਸਬਸਕ੍ਰਾਈਬ ਐਵੇਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਲੀ ਔਨ ਦਾ ਵੇ ਨੇ ਟੇਕ ਕੇਅਰ ਗੁੱਡ ਬਾਏ ਥੈਂਕ ਯੂ ਸੋ ਮਚ ਵਾਹ ਜੀ ਵਾਹ ਥੈਂਕ ਯੂ एवरीवन